ਅੱਲ੍ਹੈ ਲਹੰਤਾ ਭੇਦ ਛੈ ਕਛ ਕਛ ਪਾਇਓ ਭੇਦ ਉਲਟ ਭੇਦ ਮਨ ਵੇਦਿਓ ਪਾਇਓ ਅਭੰਗ ਅਛੇਦ। ਅੱਲ੍ਹੈ ਲਹੰਤਾ ਭੇਦ ਛੈ ਹਾਂ, ਕਛ ਕਛ ਪਾਇਓ ਭੇਦ। ਸਿਰਫ ਇੰਨੀ ਗੱਲ ਹੈ ਜਿਹਦੀ ਸੁਰਤ ਸ਼ਬਦ ਨਾਲ ਜੁੜ ਗਈ, ਜਿਹਦੇ ਅੰਦਰ ਤੁਰਕੀ ਬਾਣੀ ਪ੍ਰਗਟ ਹੋ ਗਈ, ਉਹਦੀ ਨਿਸ਼ਾਨੀ ਕੀ ਹੈ? ਉਹਦੇ ਵਿੱਚ ਭਰਮ ਭੇਦ ਨਹੀਂ ਰਹਿੰਦਾ। ਉਹਦੇ ਵਾਸਤੇ ਪਰਮਾਤਮਾ ਕੋਈ ਵੱਖਰੀ ਚੀਜ਼ ਨਹੀਂ ਆਪ ਤੋਂ ਰਹਿੰਦੀ। ਪਰਮਾਤਮਾ ਮੇਰੇ ਤੋਂ ਵੱਖਰਾ ਹੈ, ਮੈਂ ਪਰਮਾਤਮਾ ਤੋਂ ਵੱਖਰਾ, ਇਹ ਓਨਾ ਚਿਰੇ ਹੈ ਜਿੰਨਾ ਚਿਰੇ ਆਪਣੇ ਮੂਲ ਤੋਂ ਵੱਖਰਾ ਹੈ। ਜਿੰਨਾ ਚਿਰੇ ਦੀ ਸੁਰਤ ਸੰਸਾਰ ਦੇ ਵਿੱਚ ਹੈ, ਤਿਰਕੁਟੀ 'ਚ ਹੈ, ਸੰਸਾਰ 'ਚ ਹੈ, ਓਨਾ ਚਿਰੇ ਵੱਖਰਾ ਹੈ। ਇਹ ਮਾਇਆ ਨਾਲ ਜੁੜਿਆ ਹੋਇਆ ਹੈ, ਉਹ ਮਾਇਆ ਤੋਂ ਅਲਿਪਤ ਹੈ। ਇਹ ਅੱਧਾ ਉਹਦੇ ਨਾਲ ਟੁੱਟ ਕੇ ਹੀ ਮਾਇਆ ਤੋਂ 'ਚ ਜੁੜਿਆ ਹੋਇਆ, ਟੁੱਟ ਕੇ ਵੀ ਨਹੀਂ ਜੁੜਿਆ ਹੋਇਆ। ਅਸੀਂ ਕਹਿ ਸਕਦੇ ਇਹਨੂੰ, ਹੁਣ ਲਫ਼ਜ਼ ਹੈ ਨਹੀਂ, ਕੋਈ ਬਾਣੀ ਭਾਸ਼ਾ ਹੈ ਨਹੀਂ ਸਾਡੇ ਕੋਲ। ਅਸਲ ਜਿਵੇਂ ਸਾਡੀ ਸੁਰਤ ਇੱਥੋਂ ਬੈਠੇ ਬੈਠੇ ਦੀ ਕਿਤੇ ਹੋਰ ਚਲੀ ਜਾਂਦੀ ਹੈ ਨਾ, ਧਿਆਨ ਕਿਤੇ ਹੋਰ ਹੈਗਾ। ਧਿਆਨ ਇਹਦਾ ਮਾਇਆ 'ਚ ਹੈ, ਬੈਠਾ ਹੋਇਆ ਸੱਚਖੰਡ 'ਚ। ਜਦੋਂ ਧਿਆਨ ਵੀ ਇਹਦਾ ਆਪਣੇ ਆਪ ਨਾਲ ਜੁੜ ਗਿਆ, ਅੰਤਰ ਧਿਆਨ ਹੋ ਗਿਆ, ਫਿਰ ਆਪ ਇਹ ਪਰਮ ਆਤਮ ਹੈ। ਜਿੰਨੀ ਆਤਮ ਜਾਣਿਓ ਪਰਮਾਤਮ ਸੋਈ। ਜਦੋਂ ਇਹ ਪਰਮਾਤਮ ਹੋ ਗਿਆ, ਫਿਰ ਪਰਮਾਤਮਾ ਇਹਦੇ ਵਾਸਤੇ ਕੋਈ ਵੱਖਰਾ ਨਹੀਂ ਰਿਹਾ। ਇਹਦਾ ਭੇਦ ਜਿਹੜਾ ਸੀ ਭਰਮ ਮਿਟ ਗਿਆ। ਪਰਮਾਤਮਾ ਵਾਲਾ ਭਰਮ ਜਿਹੜਾ ਇਹਦਾ ਵੀ ਪਰਮਾਤਮਾ ਕੋਈ ਹੋਰ ਚੀਜ਼ ਹੈ, ਮੈਂ ਕੋਈ ਹੋਰ ਹਾਂ, ਇਹ ਭੇਦ ਛੈ ਹੋ ਜਾਣਾ, ਖਤਮ ਹੋ ਜਾਣਾ। ਸੋਈ ਮੁੜ ਕੇ ਤੂੰ ਭਿਆ ਜਾ ਕੋ ਕਹਿਤਾ ਔਰ, ਫਿਰ ਕੋਈ ਭਰਮ ਨਹੀਂ ਰਹਿਣਾ। ਇਹ ਵੀ ਸੱਚਖੰਡ ਦਾ ਵਾਸੀ ਹੋ ਜਾਣਾ, ਨਿਜ ਘਰ ਦਾ ਵਾਸੀ ਹੋ ਜਾਣਾ। ਆਪਣੇ ਨਿਜ ਘਰ ਔਰ ਸੱਚਖੰਡ ਅਲੱਗ-ਅਲੱਗ ਚੀਜ਼ਾਂ ਨਹੀਂ ਹਨ, ਦੋ ਨੌ ਜ਼ਰੂਰ ਦੋ ਨੇ। ਨਿਜ ਘਰ ਕਦ ਹੈ? ਆਪਣਾ ਹਿਰਦਾ ਨਿਜ ਘਰ ਹੈ। ਇਹ ਇੰਨੀ ਸਪੇਸ ਸੱਚਖੰਡ 'ਚ ਇਹਨੂੰ ਮਿਲੀ ਹੋਈ ਹੈ। ਜਿਵੇਂ ਪਾਰਲੀਮੈਂਟ 'ਚ ਜਿਹੜੇ ਬੈਠੇ ਨੇ, ਉਹਨਾਂ ਦੀ ਕੁਰਸੀ ਸੀਟ ਆਪਣੀ ਆਪਣੀ ਹੈ। ਆਪਣੀ ਸੀਟ ਤੇ ਬੈਠਾ ਬੈਠਾ ਕੁਛ ਆਦਮੀ ਧਿਆਨ ਉਹਦਾ ਬਾਹਰ ਚਲਾ ਜਾਵੇ, ਸਰੀਰ ਕਰਕੇ ਭਾਵੇਂ ਪਾਰਲੀਮੈਂਟ 'ਚ ਬੈਠਾ ਹੈ, ਪਰ ਅਸਲ 'ਚ ਬੈਠਾ ਹੋਇਆ ਵੀ ਬੈਠਾ ਨਹੀਂ ਹੈ। ਉਹ ਸਰੀਰ ਕਰਕੇ ਵੀ ਬੈਠਾ ਹੈ, ਸਾਹ ਲੈਣ ਵਾਲਾ ਵੀ ਅੰਦਰ ਬੈਠਾ, ਸਾਹ ਵੀ ਆਉਂਦਾ। ਆਤਮਾ ਕਰਕੇ ਵੀ ਬੈਠਾ, ਤੇ ਆਤਮਾ ਉੱਥੇ ਬੈਠੀ ਹੈ ਸਾਹ ਲੈਣ ਵਾਲੀ। ਸਮਝਣ ਵਾਲੀ ਆਤਮਾ ਉੱਥੇ ਨਹੀਂ ਬੈਠੀ, ਸੁਣਨ ਵਾਲੀ ਆਤਮਾ ਨਹੀਂ ਉੱਥੇ ਬੈਠੀ, ਦੇਖਣ ਵਾਲੀ ਆਤਮਾ ਨਹੀਂ ਉੱਥੇ ਬੈਠੀ, ਧਿਆਨ ਉੱਥੇ ਹੈ ਨਹੀਂ। ਉਹ ਵਿੱਚ ਬੈਠਾ ਹੋਇਆ ਵੀ ਗੈਰ ਹਾਜ਼ਰ ਹੈ, ਉੱਥੋਂ ਸੰਗਤ ਵਿੱਚੋਂ ਗੈਰ ਹਾਜ਼ਰ ਹੈ। ਐਸੀ ਹੋਈ ਪਾਰਲੀਮੈਂਟ ਸੱਚਖੰਡ ਦੀ ਹੈ, ਜਿਵੇਂ ਸਾਡੀ ਪਾਰਲੀਮੈਂਟ ਹੈ। ਇਹ ਛੋਟੀ ਜਿਹੀ ਹੈ, ਇਹ ਝੂਠਿਆਂ ਦੀ ਪਾਰਲੀਮੈਂਟ ਹੈ, ਉਹ ਸੱਚਿਆਂ ਦੀ ਪਾਰਲੀਮੈਂਟ ਹੈ। ਉਹ ਫਰਕ ਇੰਨਾ ਹੀ ਹੈ। ਉੱਥੇ ਵਿਚਾਰ ਹੁੰਦੀ ਹੈ, ਇੱਥੇ ਬਹਿਸ ਹੁੰਦੀ ਹੈ। ਮੂਰਖਾਂ ਦੀ ਪਾਰਲੀਮੈਂਟ 'ਚ ਬਹਿਸ ਹੁੰਦੀ ਹੈ। ਬਹਿਸ ਦਾ ਮਤਲਬ ਹੈ ਝਗੜਾ। ਤੇਰੀ ਚੰਗੀ ਵੀ ਮਾੜੀ ਹੈ, ਮੇਰੀ ਮਾੜੀ ਵੀ ਚੰਗੀ ਹੈ, ਇਹ ਬਹਿਸ ਹੈ। ਮੈਂ ਝੂਠਾ ਵੀ ਸੱਚਾ, ਤੂੰ ਸੱਚਾ ਵੀ ਝੂਠਾ, ਇਹ ਬਹਿਸ ਹੈ। ਤੂੰ ਲੋਕਾਂ ਦੀ ਭਲਾਈ ਚਾਹੁੰਦਾ ਕਰਦਾ, ਪਰ ਉਹ ਭਲਾਈ ਨਹੀਂ ਮੈਂ ਉਹਨੂੰ ਕਹਿਣਾ, ਬੁਰਾਈ ਕਰ ਕਹਿਣਾ। ਮੇਰਾ ਧਰਮ ਹੈ, ਮੈਂ ਖਿਲਾਫ ਹਾਂ ਦਿੱਤੇ। ਇੱਥੇ ਆਪੋਜੀਸ਼ਨ ਦਾ ਧਰਮ ਹੈ, ਉਹਦੀ ਨਿੰਦਿਆ ਹੀ ਕਰਨਾ, ਚੰਗੀਆਂ ਨੂੰ ਵੀ ਮਾੜੀਆਂ ਕਹਿਣਾ। ਕੋਈ ਝੂਠਿਆਂ ਦੀ ਜੋ ਹੈ ਪਾਰਲੀਮੈਂਟ, ਸੱਚਿਆਂ ਦੀ ਪਾਰਲੀਮੈਂਟ 'ਚ ਇਹ ਗੱਲ ਨਹੀਂ ਹੈ। ਤੇ ਸੱਚੋ ਹੀ ਸੱਚ ਨਿਬੜਿਆ, ਚੁਣ ਵੱਖ ਕੱਢੇ ਜਜਮਾਲਿਆ ਹੈ, ਜਾਂ ਤਾਂ ਉੱਥੇ ਵੜਨ ਨਹੀਂ ਦਿੱਤਾ ਜਾਂਦਾ। ਜੇ ਨੇ ਇਹ ਜਿਹਾ ਨੂੰ ਨਹੀਂ ਬਣ ਦਿੰਦੇ ਉੱਥੇ, ਐਂਟਰੀ ਨਹੀਂ, ਨੋ ਐਂਟਰੀ ਇਹਨਾਂ ਵਾਸਤੇ। ਇੱਥੇ ਹੀ ਇਹਨਾਂ ਵਾਸਤੇ। ਉੱਥੇ ਸਾਰੇ ਦਾਸ ਨੇ, ਇੱਥੇ ਸਾਰੇ ਹੰਕਾਰੀ ਨੇ। ਸਿਸਟਮ ਇਹ ਜਾਈਏ ਕਰੀਬ ਕਰੀਬ
ਰਲਦਾ ਮਿਲਦਾ। ਇੱਥੇ ਜਿਹਦੇ ਕੋਲ ਪਾਵਰ ਆਉਂਦੀ ਹੈ ਮਿਸਯੂਜ਼ ਕਰਦਾ। ਉੱਥੇ ਤਾਣ ਹੁੰਦੇ ਰਹੇ ਨਤਾਣਾ, ਮਾਣ ਹੁੰਦੇ ਰਹੇ ਨਿਮਾਣਾ। ਉੱਥੇ ਇਸ ਕਰਕੇ ਜਿਹੜੇ ਭਗਤ ਨੇ ਉਹਨਾਂ ਵਾਸਤੇ ਉੱਥੇ ਜਾਂਦੀ ਹੈ, ਉਹਨਾਂ ਦੀ ਸੀਟ ਹੁੰਦੀ ਹੈ ਉੱਥੇ। ਸਭ ਤੋਂ ਵੱਡਾ ਆਦਮੀ ਉਹਨੂੰ ਮੰਨਿਆ ਜਾਂਦਾ ਹੈ। ਆਪਨ ਕੋ ਜੋ ਜਾਣੇ ਨੀਚਾ, ਸੋਈ ਗਣੀਏ ਸਭ ਤੇ ਉੱਚਾ। ਭਗਤਾਂ ਨੇ ਆਪਣੇ ਆਪ ਨੂੰ ਨੀਵਾਂ ਮੰਨਿਆ। ਮੂੰਹ ਨਾਲੇ ਨਹੀਂ ਕਿਹਾ, ਮੰਨਿਆ ਵੀ ਨਹੀਂ। ਮੈਂ ਗੱਲਾਂ ਮੂੰਹ ਨਾਲ ਕੀਤੀਆਂ ਹੋਈਆਂ ਨਹੀਂ, ਕਹਿਣ ਦੀਆਂ ਨਹੀਂ ਆ ਗੁਰਬਾਣੀ 'ਚ। ਕਹਿਣ ਦੀਆਂ ਗੱਲਾਂ ਤਾਂ ਇੱਥੇ ਨੇ, ਝੂਠਿਆਂ ਦੀਆਂ ਹੁੰਦੀਆਂ ਨੇ। ਮੂੰਹ 'ਚ ਕੁਛ ਹੋਰ, ਮਨ 'ਚ ਕੁਛ ਹੋਰ। ਜਿਨ ਮਨ ਹੋਰ, ਮੁਖ ਹੋਰ ਸੇ ਕਾਢੇ ਕੱਚੀਆਂ। ਜਿਹੜੇ ਸਾਡੇ ਸਿੱਖ ਕਹਿੰਦੇ ਨੇ ਨਾਨਕ ਨੇ ਨਿਮਰਤਾ ਵਰਤੀ ਹੈ, ਉਹ ਮਹਾਮੂਰਖ ਨੇ। ਤਾਂ ਨਾਨਕ ਫਿਰ ਝੂਠ ਬੋਲਦਾ। ਇਹ ਤਾਂ ਝੂਠਿਆਂ ਦਾ ਕੰਮ ਹੁੰਦਾ। ਮੂੰਹ 'ਚ ਹੋਰ, ਮਨ 'ਚ ਹੋਰ। ਇਹ ਤਾਂ ਗੁਰਬਾਣੀ ਤੇ ਇਲਜ਼ਾਮ ਲਾਉਂਦੇ ਨੇ। ਉਹ ਨਾਨਕ ਨੂੰ ਗੁਰੂ ਮੰਨਦੇ ਨੇ, ਨਾਨਕ ਤੇ ਇਲਜ਼ਾਮ ਲਾਉਂਦੇ ਨੇ। ਮੂਰਖ ਨੇ ਉਹ, ਮੂਰਖ। ਉਹਨਾਂ ਨੇ ਬੇੜਾ ਗਰਕ ਕੀਤਾ ਸਿੱਖੀ ਦਾ, ਵੱਡੇ ਅਕਲਮੰਦਾਂ ਨੇ। ਬਾਣੀ ਦੀ ਇੱਕ ਇੱਕ ਗੱਲ 100% ਦੀ ਸੱਚੀ ਹੈ। ਜਿਹੜਾ ਇਹ ਤੇ ਸ਼ੰਕਾ ਕਰੂਗਾ ਉਹ ਸਿੱਖੀ ਤੋਂ ਹਜ਼ਾਰਾਂ ਕੋਹਾਂ ਦੂਰ ਹੈ। ਉਹ ਤਾਂ ਬਾਣੀ ਤੇ ਹੀ ਸ਼ੰਕਾ ਕਰਦੇ ਨੇ। ਨਾਨਕ ਵਾਕਿਆ ਹੀ ਦਾਸ ਹੈ। ਕਿਉਂਕਿ ਦਾਸ ਤੋਂ ਬਿਨਾ, ਦਾਸ ਬਣੇ ਤੋਂ ਬਿਨਾ ਸੱਚਖੰਡ ਦੇ ਵਿੱਚ ਐਂਟਰੀ ਹੋਈ ਨਹੀਂ ਮਿਲਦੀ। ਆਪਣੇ ਦਾਸ ਕੋ ਦੇ ਵਡਿਆਈ। ਵਡਿਆਈ ਦਾਸ ਨੂੰ ਮਿਲਦੀ ਹੈ, ਮਿਲਦੀ ਹੋਈ ਨਹੀਂ। ਆਪਣੇ ਦਾਸ ਕੋ ਨਾਮ ਜਪਾਈ। ਆਪਣੇ ਦਾਸ ਕੀ ਆਪ ਪੈਜ ਰੱਖੈ। ਪੈਜ ਨਹੀਂ ਹੋਰ ਕਿਸੇ ਦੀ ਬਚਦੀ। ਜਮ ਦੇ ਡੰਡੇ ਤੋਂ ਹੋਰ ਤਾਂ ਬਚਾਏ ਕਿਸੇ ਦਾ ਨਹੀਂ ਹੈ। ਇਹ ਸਭ ਝੂਠ ਹੈ। ਫਿਰ ਇਹ ਸਭ ਕੁਝ ਝੂਠ ਹੈ। ਮੱਤ ਮਾਰੀ ਹੋਈ ਹੈ ਉਹਨਾਂ ਦੀ। ਬੜਾ ਬਣਾਉਂਦੇ ਬਣਾਉਂਦੇ ਨਾਨਕ ਨੂੰ ਕੱਖ ਛੱਡਿਆ ਹੀ ਨਹੀਂ ਕੋਲ। ਨਾ ਉਹਨਾਂ ਦੇ ਆਪ ਕੋਲ ਰਿਹਾ। ਸਿੱਖੀ ਦਾ ਹੀ ਕੱਖ ਨਹੀਂ ਛੱਡਿਆ ਇਹਨਾਂ ਲੋਕਾਂ ਨੇ। ਮਨ ਆਪਣੇ ਤੇ ਬੁਰਾ ਮਿਟਾਨਾ, ਬੁਰੇ ਦਾ ਭਲਾ ਕਰਨਾ, ਸਰਬੱਤ ਦਾ ਭਲਾ ਸੋਚਣਾ ਕੋਈ ਗੁਣ ਹੈ ਸਿੱਖਾਂ 'ਚ? ਕਿਉਂ ਨਹੀਂ ਹੈ? ਹਉਮੈ ਦੇ ਅੱਟੇ ਪਏ ਨੇ, ਅੱਟੇ ਅੰਦਰੋਂ। ਨਾਨਕ ਨੂੰ ਬੜਾ ਬਣਾਉਣਾ ਚਾਹੁੰਦੇ ਨੇ ਸਾਰੇ। ਤੇ ਆਪ ਜੋ ਬੜੇ ਬਣਨੇ ਨਾਲ ਸਿੱਖ ਵੀ ਬੜੇ ਨੇ। ਫਿਰ ਜੇ ਨਾਨਕ ਬੜਾ, ਅਸਲ 'ਚ ਆਪ ਬੜੇ ਬਣਨ ਦੀ ਭੁੱਖ ਹੈ। ਸਾਡਾ ਧਰਮ ਬੜਾ ਹੈ। ਇਹ ਤਾਂ ਸਾਰੀ ਸ੍ਰਿਸ਼ਟੀ ਦਾ ਧਰਮ ਹੈ। ਸਿੱਖ ਦਾ ਤਾਂ ਮਤਲਬ ਹੈ ਚੇਲਾ ਹੁੰਦਾ, ਸ਼ਿਸ਼ ਹੁੰਦਾ। ਉਹ ਗੁਰੂ ਹੈ, ਪਰਮੇਸ਼ਰ। ਸਾਰੀ ਸ੍ਰਿਸ਼ਟੀ ਉਹਦੇ ਸਿੱਖ ਨੇ। 84 ਲੱਖ ਪੌੜੀ ਚੜ੍ਹੇ ਹਾਂ ਅਸੀਂ। ਹਰ ਜੂਨ ਦੇ ਵਿੱਚ ਇੱਕ ਪੌੜੀ ਚੜ੍ਹੇ ਹਾਂ। ਸਾਰੀਆਂ ਜੂਨਾਂ ਦੇ ਵਿੱਚ ਗੁਰੂ ਕੌਣ ਸੀ? ਉਹੀ ਸੀ। ਉਹਦੇ ਭਾਣੇ 'ਚ ਚੱਲੇ ਆ, ਚੜ੍ਹਦੇ ਆਏ ਆ। ਆਹ ਪੌੜੀ ਵੀ ਉਹਦੇ ਭਾਣੇ 'ਚ ਚੜ੍ਹ ਜਾਣੀ। ਜੇ ਨਹੀਂ ਚੱਲਾਂਗੇ ਥੱਲੇ ਡੇਪਾਂਗੇ। ਗੱਲ ਤਾਂ ਇੰਨੀ ਹੋਈ ਹੈ ਨਾ। ਸਿਰਫ ਆਦਮੀ ਭਾਣੇ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ, ਸਿਆਣਾ ਜੋ ਹੋ ਗਿਆ। ਹੋਰ ਜਾਨਵਰ ਨਹੀਂ ਕੋਈ ਕਰਦਾ। ਆਦਮੀ ਦੇ ਹੀ ਮੰਦਰ ਨੇ, ਆਦਮੀ ਦੇ ਹੀ ਗ੍ਰੰਥ ਨੇ, ਆਦਮੀ ਦੇ ਹੀ ਗੁਰੂ ਨੇ ਬਣਾਏ ਹੋਏ, ਆਦਮੀ ਖੁਦ ਗੁਰੂ ਬਣੇ ਹੋਏ ਨੇ। ਇਹ ਸਾਰਾ ਪਰਪੰਚ ਆਦਮੀ ਨੇ ਕੀਤਾ ਹੋਇਆ, ਹੋਰ ਜਾਨਵਰਾਂ ਨੇ ਨਹੀਂ ਕੀਤਾ। ਸਟਾਕ ਵੀ ਆਦਮੀ ਕਰਦਾ, ਖਾਣ ਪੀਣ ਵਾਲੀਆਂ ਚੀਜ਼ਾਂ ਦੇ। ਬਲੈਕ ਵੀ ਆਦਮੀ ਕਰਦਾ, ਹੋਰ ਕੋਈ ਜਾਨਵਰ ਕਰਦਾ ਹੀ ਨਹੀਂ। ਇਹ ਸਭ ਥੋੜੀ ਅਕਲ ਦਾ ਮਾਲਕ ਆਦਮੀ। ਥੋੜੀ ਜਿਹੀ ਅਕਲ ਤੈਨੂੰ ਦੇ ਦਿੱਤੀ, ਪਰ ਅਕਲ ਇਹਦੇ ਹੀ ਜਾਨ ਦਾ ਖੋ ਬਣ ਗਈ ਅਕਲ। ਫਿਰ ਅਕਲ ਨਾਲ ਆਪਣੇ ਪੈਰੇ ਕੁਹਾੜਾ ਮਾਰਦਾ। ਪੈਰ ਕੁਹਾੜਾ ਮਾਰਿਆ, ਗਾਫਲ ਆਪਣੇ ਹੱਥ।
ਇਹਦੇ ਖਾਤਰ ਉਹ ਅਕਲ ਖਤਰਨਾਕ ਬਣ ਗਈ। ਗੁਰਬਾਣੀ ਤੇ ਸ਼ੰਕਾ ਕਰਨੀ, ਕਿਹਾ ਸੀ ਗੁਰਸਿੱਖਾਂ ਨੂੰ, ਇਹਨੂੰ ਸੱਤ ਸੱਤ ਕਰਕੇ ਮੰਨੋ ਗੁਰਸਿੱਖੋ, ਇਹ ਤਾਂ ਕਰਤਾ ਆਪ ਮੂੰਹੋਂ ਕਢਾ ਰਿਹਾ। ਤੁਸੀਂ ਸਾਡਾ ਜੇ ਡਰ ਨਹੀਂ ਮੰਨਦੇ ਨਾ ਮੰਨੋ, ਕਰਤੇ ਦਾ ਤਾਂ ਡਰ ਮੰਨ ਲਓ। ਨਾਨਕ ਦਾ ਡਰ ਮੁੰਡਿਆਂ ਨੇ ਨਹੀਂ ਮੰਨਿਆ, ਉਹਦੇ ਨੇ ਕਹਿੰਦੇ ਇਹਦਾ ਕਮਲ ਹੈ, ਇਹਦਾ ਕੀ ਹੈ। ਗੁਰੂ ਅੰਗਦ ਦੇਵ ਨੂੰ ਸਮਝਿਆ ਹੀ ਕੱਖ ਨਹੀਂ ਉਹਨਾਂ ਨੇ। ਹੁਣ ਤੇ ਹੀ ਕਹੀ ਜਾਂਦੇ ਨੇ ਗੱਦੀ ਸਾਡੇ ਕੋਲ ਬੇਦੀ। ਗੁਰੂ ਅੰਗਦ ਦੇਵ ਦੇ ਮੁੰਡਿਆਂ ਨੂੰ, ਅਮਰਦਾਸ ਨੂੰ ਨਹੀਂ ਮੰਨਿਆ ਗੁਰੂ। ਲੱਤ ਮਾਰੀ ਤੱਕ ਵੀ ਕਹਿੰਦੇ ਨੇ ਦਾਸੂ ਦਾਤੂ ਨੇ। ਤੇ ਇਹਨਾਂ ਨੂੰ ਤਾਂ ਚਲਾ ਵਗਿਆ, ਸਾਡੀ ਤਾਂ ਭਲਾ ਕਰ ਦੋਗੇ। ਜਿਹੜਾ ਕਰਤੇ ਪੁਰਖ ਦਾ ਡਰ ਮੰਨ ਲਓ, ਉਹਨੇ ਕਢਾਈਆ ਮੂੰਹੋਂ ਹੈ। ਪਰਮੇਸ਼ਰ ਦਾ ਡਰ ਮੰਨ ਲਓ, ਕਿਸੇ ਦਾ ਡਰ ਨਹੀਂ ਹੈ। ਹੰਕਾਰੀ ਨੂੰ ਕਿਸੇ ਦਾ ਡਰ ਨਹੀਂ ਹੁੰਦਾ। ਕੁਛ ਵੀ ਅਸਰ ਨਹੀਂ ਇਸ ਗੱਲ ਦਾ ਕਿ ਇਹਨੂੰ ਸੱਚ ਸੱਚ ਕਰਕੇ ਮੰਨੋ। ਜੋ ਕੁਛ ਲਿਖਿਆ ਹੈ, ਜਿਵੇਂ ਲਿਖਿਆ ਉਵੇਂ ਠੀਕ ਹੈ। ਨਾਨਕ ਦਾਸ ਹੈ ਤਾਂ ਦਾਸ ਹੀ ਹੈ, ਨਾਨਕ ਭਗਤ ਹੈ ਤਾਂ ਭਗਤੇ ਹੈ। ਸਾਡੇ ਨਾਲ ਤਾਂ ਭਟ ਚੰਗੇ ਸੀ ਜਿਨ੍ਹਾਂ ਨੇ ਪੰਜ ਪਾਤਸ਼ਾਹ ਦੇ ਮੂੰਹ ਤੇ ਲਿਖਿਆ ਹੁੰਦੇ ਹੋਏ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ। ਸਤਿਗੁਰ ਨਾਨਕ ਨੇ ਭਗਤ ਕੀਤੀ ਇੱਕ ਮਨ ਹੋ ਕੇ। ਕਿਹਦੀ ਕੀਤੀ ਵੀ ਭਗਤੀ? ਜੇ ਨਾਨਕ ਆਪ ਹੀ ਨਿਰੰਕਾਰ ਹੈ, ਤੁਸੀਂ ਕਹਿੰਦੇ ਹੋ ਆਪ ਨਾਰਾਇਣ ਕਲਾ ਧਰ ਜਗ ਮੇ ਪਰਵਰਿਓ, ਫਿਰ ਉਹਨੇ ਭਗਤੀ ਕਿਹਦੀ ਕਰਨੀ ਸੀ? ਕੀ ਪਰਮੇਸ਼ਰ ਨੇ ਜਨਮ ਲੈ ਲਿਆ? ਇਹ ਤਾਂ ਸਾਰਾ ਨਾਸ ਹੀ ਕਰਤਾ, ਤੁਸੀਂ ਗੱਲ ਦਾ ਹੀ ਨਾਸ ਕਰਤਾ। ਜਿਹੜਾ ਅਜੂਨੀ ਹੈ ਉਹਨੂੰ ਤੁਸੀਂ ਜੂਨੀ ਚ ਬਣਾਤਾ। ਰਹਿ ਕੀ ਗਿਆ ਗੁਰਬਾਣੀ ਦਾ? ਤੁਸੀਂ ਛੱਡਿਆ ਕੀ? ਕੱਖ ਵੀ ਨਹੀਂ ਛੱਡਿਆ ਤੁਸੀਂ ਤਾਂ। ਇਹ ਮੱਤ ਮੜੀਆਂ ਵੇੜ ਕਰਤੀ ਹੈ ਕਹਿ ਕੇ। ਅਜੂਨੀ ਹੈ, ਅਜੂਨੀ ਨੂੰ ਤੁਸੀਂ ਜੂਨੀ ਚ ਪਾਉਂਦੇ ਹੋ। ਬੁੱਧੀ ਤਾਂ ਤੁਹਾਡੀ ਉਹਦੇ ਨਾਲ ਭ੍ਰਿਸ਼ਟ ਹੋ ਗਈ ਜਦੋਂ ਤੁਸੀਂ ਇਹ ਗੱਲ ਮੰਨ ਲਈ। ਕੌਣ ਮੰਨੂ ਦੁਨੀਆ ਦੇ ਵਿੱਚ ਤੁਹਾਡੀ ਇਹ ਗੱਲ? ਸ਼ਰਧਾ ਨੇ ਅੰਨੇ ਕੀਤੇ ਹੋਏ ਨੇ ਇਹ ਲੋਕ। ਸ਼ਰਧਾ ਅੰਨੇ ਹੀ ਕਰਦੀ ਹੁੰਦੀ, ਹੋਰ ਕੁਝ ਕਰਦੀ ਹੋ ਨਹੀਂ ਹੁੰਦੀ। ਸ਼ਰਧਾ ਵਾਸਤੇ ਸਿੱਖ ਮਤ ਵਿੱਚ ਕੋਈ ਸਥਾਨ ਨਹੀਂ ਹੈ, ਇਸਲਾਮ ਮਤ ਵਿੱਚ ਕੋਈ ਸਥਾਨ ਨਹੀਂ ਹੈ। ਇਸਲਾਮ ਮਤ ਵਿੱਚ ਭਰੋਸਾ, ਯਕੀਨ। ਸਿੱਖ ਮਤ ਵਿੱਚ ਭਰੋਸਾ। ਦੀਨ ਦਿਆਲ ਭਰੋਸੇ ਤੇਰੇ, ਸ਼ਰਧਾ ਤੇਰੀ ਨੇ ਨਹੀਂ, ਸਭ ਪਰਿਵਾਰ ਚੜਾਇਆ ਹੋਵੇ। ਜੇ ਭਰੋਸਾ ਨਹੀਂ ਤਾਂ ਕੁਛ ਨਹੀਂ। ਸ਼ਰਧਾ ਕੀ ਹੈ? ਸ਼ਰਧਾ ਦਾ ਲਾਲਚ ਹੈ, ਇਹ ਬਲੈਕਮੇਲ ਹੈ। ਉਹ ਕਹਿੰਦਾ ਮੇਰੇ ਤੇ ਸ਼ਰਧਾ ਰੱਖ ਜੋ, ਮੈਂ ਕਹਿਤੀ। ਜੇ ਗੁਰ ਭੇਜੇ ਨਰਕ ਨੂੰ ਤਾਂ ਸੁਰਗ ਦੀ ਕਰੀ ਆਸ, ਉਹ ਨੇ ਸ਼ਰਧਾ ਵਾਲੇ ਤਾਂ। ਉਹਨਾਂ ਦਾ ਬਣਾਇਆ ਹੋਇਆ ਗੁਰ ਸੂਰੇ ਗੁਰ ਬਾਵਰੇ ਗੁਰ ਕੇ ਰਹੀਏ ਦਾਸ। ਜੇ ਗੁਰ ਭੇਜੇ ਨਰਕ ਕੋ ਤਾਂ ਸੁਰਗ ਕੀ ਕਰੀਏ ਆਸ। ਉਹ ਬਲੈਕਮੇਲਰ ਨੇ, ਉਹਨਾਂ ਦੀ ਹੈ ਇਹ ਪੰਕਤੀ। ਗੁਰਬਾਣੀ 'ਚ ਕਿੱਥੇ ਹੈ ਪੰਕਤੀ ਲਿਖੀ ਹੋਈ? ਸ਼ਰਧਾ ਦਾ ਕੀ ਮਤਲਬ ਹੈ? ਭਰੋਸਾ। ਗੁਰਬਾਣੀ ਦਾ ਅਸੀਂ ਯਕੀਨ ਕਰਨਾ। ਜੇ ਯਕੀਨ ਨਹੀਂ ਕਰਦੇ ਤਾਂ ਕੁਛ ਨਹੀਂ ਇੱਥੋਂ। ਸੱਚ ਸੱਚ ਕਰਕੇ ਮੰਨਣਾ ਯਕੀਨ ਹੈ ਨਾ। ਯਕੀਨ ਤੇ ਬਿਨਾਂ ਜਿਹਦਾ ਯਕੀਨ ਨਹੀਂ ਉਹਦਾ ਸਟੈਂਡ ਵੀ ਹੈ ਨਹੀਂ। ਲੋਭੀ ਕਦੇ ਭਰੋਸਾ ਨਹੀਂ ਕਰਦਾ ਹੁੰਦਾ ਕਿਸੇ ਦਾ। ਜਿੱਥੋਂ ਉਹਦਾ ਲੋਭ ਪੂਰਤੀ ਹੁੰਦੀ ਹੈ, ਲੋਭੀ ਹਮੇਸ਼ਾ ਸ਼ਰਧਾ ਕਰਦਾ, ਯਕੀਨ ਕਰਦਾ ਹੀ ਨਹੀਂ। ਕਹਿੰਦਾ ਜੇ ਤਾਂ ਮੇਰੀ ਇਹ ਸੁੱਖ ਪੂਰੀ ਹੋ ਗਈ ਤਾਂ ਠੀਕ ਹੈ, ਨਾ ਪੂਰੀ ਹੋਈ ਹੋਰ ਦੇਖ ਲਾਂਗੇ ਕੋਈ ਕਰ। ਤਾਂ ਆਪਣੇ ਮਤਲਬ ਨੂੰ ਜਾਂਦਾ। ਸਵਾਰਥ ਪੂਰਤੀ ਹੁੰਦੀ ਹੈ ਲੋਭੀ ਦੀ। ਸਵਾਰਥ ਵਿੱਚ ਪਰਮਾਰਥ ਦਾ ਕੋਈ ਮਤਲਬ ਨਹੀਂ। ਪਰਮਾਰਥ ਦੇ ਰਾਹ ਦੇ ਵਿੱਚ ਸਵਾਰਥ ਵਾਸਤੇ ਕੋਈ ਜਗ੍ਹਾ ਨਹੀਂ। ਇਹ ਪਰਮਾਰਥ ਦਾ ਰਸਤਾ ਹੈ।
ਧਰਮ ਦਾ ਰਸਤਾ ਹੈ। ਧਰਮ ਦੇ ਵਿੱਚ ਸਵਾਰਥ ਦਾ ਕੀ ਮਤਲਬ? ਇੱਥੇ ਤਾਂ ਤਨ ਮਨ ਧਨ ਸਭ ਸੌਂਪ ਗੁਰ ਕੋ। ਲੋਭੀ ਕਿਵੇਂ ਸੌਂਪ ਦੂਗਾ? ਹੁਕਮ ਮੰਨਿਆ ਫੇਰ ਵੀ ਨਹੀਂ ਕਹਿੰਦੇ ਕੁਝ ਮਿਲਦਾ, ਤਨ ਮਨ ਸੌਂਪੇ ਤੇ ਵੀ ਨਹੀਂ। ਫੇਰ ਹੁਕਮ ਮੰਨਿਆ ਤਾਂ ਪ੍ਰਾਪਤੀ ਹੈ। ਇਹ ਬਾਣੀ ਹੁਕਮ ਹੈ, ਇਹਨੂੰ ਮੰਨਣਾ ਤੇ ਕੁਝ ਪ੍ਰਾਪਤੀ ਹੈ, ਬਿਨਾਂ ਮੰਨੇ ਤੇ ਕੁਝ ਵੀ ਪ੍ਰਾਪਤੀ ਨਹੀਂ। ਜਿਹਨੂੰ ਭਰੋਸਾ ਹੈ ਉਹ ਮੰਨੂਗਾ ਵੀ ਹਾਂ ਪ੍ਰਾਪਤੀ ਹੋਊਗੀ। ਜਿਹਨੂੰ ਸ਼ੱਕ ਹੈ ਵੀ ਤਨ ਮਨ ਧਨ ਦੇ ਤੇ ਹੁਕਮ ਮੰਨ ਲਿਆ ਪ੍ਰਾਪਤੀ ਨਹੀਂ ਹੋਣੀ, ਉਹਨੇ ਭਰੋਸਾ ਕਰਨਾ ਨਹੀਂ, ਉਹਨੂੰ ਪ੍ਰਾਪਤੀ ਹੋਣੀ ਨਹੀਂ। ਭਰੋਸਾ ਪਹਿਲਾਂ, ਪ੍ਰਾਪਤੀ ਬਾਅਦ 'ਚ। ਸ਼ਰਤਾਂ ਪਹਿਲਾਂ ਪੂਰੀਆਂ ਕਰੂਗਾ, ਨੌਕਰੀ ਬਾਅਦ 'ਚ। ਜੇ ਪਹਿਲਾਂ BA ਪੜ੍ਹਿਆ ਹੋਇਆ ਜਾਂ ਜੋ ਵੀ ਕੁਆਲੀਫਿਕੇਸ਼ਨ ਉਹਨੇ ਦਿੱਤੀ ਹੈ, ਕਲੀਅਰ ਕੀਤਾ, ਸਰਟੀਫਿਕੇਟ ਹੈ, ਫਿਰ ਇੰਟਰਵਿਊ 'ਤੇ ਬੁਲਾਉਣਗੇ। ਉਹਨੂੰ ਕੌਣ ਬੁਲਾਉਂਦਾ? ਨਹੀਂ ਬੁਲਾਉਂਦਾ ਕੌਣ ਇੰਟਰਵਿਊ 'ਤੇ? ਔਰ ਉਹ ਸਾਨੂੰ ਲੋੜ ਵੀ ਹੈ ਨਹੀਂ। ਅੱਜ ਸਿੱਖਾਂ ਨੂੰ ਨਾਮ ਦੀ ਲੋੜ ਕਿਸੇ ਦੀ ਨਹੀਂ ਹੈ, ਨਾਮ ਦੀ ਡਿਮਾਂਡ ਕਿਸੇ ਦੀ ਨਹੀਂ। ਪਰ ਇੱਥੇ ਨਾਮ ਤੋਂ ਬਿਨਾਂ ਕੁਛ ਵੀ ਮੰਗਣਾ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਦੁੱਖ ਮੰਗਦੇ ਨੇ ਲੋਕ, ਸੁੱਖ ਨਹੀਂ ਮੰਗਦੇ। ਸੰਸਾਰ ਦੇ ਸੁੱਖ ਅਸਲ ਦੇ ਵਿੱਚ ਦੁੱਖ ਨੇ। ਮਿੱਠਾ ਮੂੰਹ 'ਚ ਹੈ, ਹਲਕ ਤੋਂ ਥੱਲੇ ਜਾਂਦੀ ਸਾਰੇ ਇਕੱਠਾ ਹੋ ਜਾਂਦਾ। ਜਿੰਨਾ ਚਿਰ ਮਿੱਠਾ ਮੂੰਹ 'ਚ ਹੈ ਨਾ, ਉਹਨਾਂ ਚਿਰ ਮਿੱਠਾ ਹੈ। ਆ ਥੱਲੇ ਗਿਆ ਜਦੇ ਉਲਟੀ ਆ ਜਾਏ ਖੱਟਾ ਹੁੰਦਾ। ਇੰਨਾ ਹੀ ਆ ਸੁੱਖ। 5 ਮਿੰਟ ਵਾਸਤੇ ਸੁੱਖ ਲੱਗਦਾ ਤੁਹਾਨੂੰ, ਜਦੇ ਦੁੱਖ 'ਚ ਬਦਲ ਜਾਂਦਾ। ਦੂਆ ਪਾਸਾ ਦੇਖੇ ਨਾ ਉਹਦਾ, ਦੂਆ ਪਾਸਾ ਦੁੱਖ। ਹਾਂਜੀ। ਅੱਲਾ ਲਹੰਤਾ ਭੇਦ ਛੈ, ਅੱਲਾ ਲਹੰਤਾ ਭੇਦ ਛੈ, ਕਛ ਕਛ ਪਾਇਓ ਭੇਦ। ਕਛ ਕਛ ਪਾਇਓ ਭੇਦ। ਅੱਲਾ ਕੀ ਕਹਿੰਦਾ? ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗਤ ਤੇਰਾ ਹੋਏ। ਹੋ ਗਿਆ ਨਾ ਭੇਦ ਛੈ। ਅੱਲਾ ਹੀ ਬਣ ਗਿਆ ਨਾ। ਤੂੰ ਕਰਤਾ, ਤੂੰ ਪਿਆ, ਮੁਝ ਮੇ ਰਹਾ ਨਾ। ਭੇਦ ਛੈ ਹੋ ਗਿਆ ਨਾ। ਐ ਹੋ ਜਾਂਦਾ ਭੇਦ ਛੈ। ਇਹ ਗੱਲ ਕਹਿਣ ਦੀ ਨਹੀਂ ਤੂੰ ਕਰਤਾ, ਤੂੰ ਪਿਆ। ਇਹ ਤਾਂ ਹੋਏ ਹੋਏ ਹੀ ਕਹਿੰਦਾ। ਭਿਆ ਕਹਿੰਦਾ ਮੈਂ ਭਿਆ, ਐ ਕਹਿੰਦਾ ਹੱਡ ਬੀਤੀ ਸੁਣਾ ਰਿਹਾ। ਜਿਹੜਾ ਬੋਲ ਰਿਹਾ ਉਹਦੀ ਹੱਡ ਬੀਤੀ ਹੈ। ਤੂੰ ਕਰਤਾ, ਤੂੰ ਪਿਆ। ਮੈਂ ਤੇਰੇ 'ਚ ਲੀਨ ਹੋ ਗਿਆ, ਤੇਰੇ 'ਚ ਸਮਾ ਗਿਆ। ਤੂੰ ਕਰਤਾ, ਤੂੰ ਹੀ ਰਹਿ ਗਿਆ, ਫਿਰ ਮੈਂ ਤਾਂ ਰਿਹਾ ਹੀ ਨਾ। ਇੱਕ ਛੋਟਾ ਜਿਹਾ ਨਾਲਾ ਆਇਆ, ਆ ਕੇ ਗੰਗਾ 'ਚ ਰਲ ਗਿਆ। ਬਸ ਜਿੰਨਾ ਚਿਰ ਨਾਲਾ ਦੀਂਦਾ ਉਹਨਾਂ ਚਿਰ ਉਹ ਹੈਗਾ ਸੀ। ਜਦ ਫਿਰ ਰਲ ਗਿਆ, ਫਿਰ ਗੰਗਾ ਹੀ ਬਣ ਗਈ। ਤੂੰ ਹੀ ਬਣ ਗਿਆ ਨਾ। ਮੁਝ ਮੇ ਰਹਾ ਨਾ। ਆਪਾ ਪਰਕਾ ਮਿਟ ਗਿਆ, ਜਬ ਦੇਖਾ ਤਦ ਤੂੰ ਹੀ ਰਹਿ ਗਿਆ, ਫਿਰ ਮੈਂ ਤਾਂ ਰਿਹਾ ਹੀ ਨਾ। ਇਹ ਭੇਦ ਛੈ। ਕਛ ਕਛ ਪਾਇਓ ਭੇਦ। ਕਬੀਰ ਕਹਿੰਦਾ ਥੋੜਾ ਥੋੜਾ ਮੈਨੂੰ ਇੰਨਾ ਕੁ ਸਮਝ ਆਈ ਹੈ ਵੀ ਜਿਹਨੇ ਤੂੰ ਕੀਤਾ ਉਹ ਤੂੰ ਹੀ ਹੋ ਗਿਆ। ਜਿਹਨੇ ਸ਼ਬਦ ਨਾਲ ਸੁਰਤ ਜੋੜ ਲਈ, ਉਹ ਸ਼ਬਦ ਵਿੱਚ ਹੀ ਸਮਾ ਗਿਆ, ਸ਼ਬਦ ਰੂਪ ਹੀ ਹੋ ਗਿਆ। ਗੁਰ ਸ਼ਬਦ ਸਮਾਵੈ, ਅਵਰ ਨ ਜਾਣੈ ਕੋਈ ਜੀਓ। ਜਿਹੜਾ ਅੰਤਰਾਤਮਾ ਹੈ ਨਾ, ਉਹਨੂੰ ਗੁਰ ਕਹਿੰਦੇ ਨੇ। ਅਸਲ 'ਚ ਉਹਨੇ ਸਮਾਉਣਾ ਸ਼ਬਦ ਦੇ ਵਿੱਚ। ਇੱਥੇ ਇਹ ਮਤਲਬ ਹੈ, ਗੁਰੂ ਅਮਰਦਾਸ ਦੀ ਗੱਲ ਨਹੀਂ ਹੈ। ਇਹ ਵਿਧੀ ਦੱਸੀ ਹੈ ਤੁਹਾਨੂੰ ਛੁੱਟਣ ਦੀ। ਸਮਾਵੈ। ਜੇ ਗੁਰੂ ਅਮਰਦਾਸ ਕਹਿੰਦਾ ਹੁੰਦਾ ਮੈਂ ਸਮਾ ਜਾਊਂਗਾ ਤਾਂ ਐਂ ਬੋਲਦਾ ਉਹ, ਮੈਂ ਸਮਾ ਜਾਣਾ ਹੁਣ। ਗੁਰ ਸ਼ਬਦ ਸਮਾਵੈ। ਅੰਤਰ ਆਤਮਾ ਜਿਹੜੀ ਹੈ ਸਤਿਗੁਰ ਤੇ ਖਾਲੀ ਕੋਈ ਨਹੀਂ। ਬਾਹਰ ਆਤਮਾ ਜਾਂ ਤੁਹਾਡਾ ਧਿਆਨ ਅੰਤਰਾਤਮਾ ਨਾਲ ਜੁੜ ਗਿਆ ਨਾ, ਇੱਕ ਹੋ ਗਏ। ਤੁਹਾਡਾ ਜਿਹੜਾ ਮੂਲ ਹੈ, ਸਾਡਾ ਮੂਲ ਹੈ, ਸਾਡਾ ਗੁਰ ਹੈ, ਉਹਨੇ ਸ਼ਬਦ ਨਾਲ ਸਮਾ ਜਾਣਾ। ਉਹਦੀ ਸੁਰਤ ਨੇ। ਸੁਰਤ ਹੁਣ ਬਾਹਰਲੇ ਦੀ ਹੈ ਨਾ,
ਸੁਰਤ ਉਹਦੀ ਰਹਿ ਜਾਣੀ ਹੈ, ਮਨ ਵਾਲੀ ਸੁਰਤ ਉਹਨੂੰ ਦੇ ਦਿੱਤੀ। ਮਨ ਨੂੰ ਜਿੱਧਰ ਉਹਨੇ ਲਾਉਣਾ ਉਧਰ ਮਨ ਨੇ ਲੱਗਣਾ। ਸੁਰਤੀ ਸੁਰਤ ਰਵਾਈ। ਹਾਂ, ਉਹ ਸੱਚਖੰਡ ਵਾਲਿਆਂ ਦੀ ਜਿਹੜੀ ਸੋਚ ਹੈ ਔਰ ਇਹਦੀ ਸੋਚ ਹੈ ਉਹਦੇ ਨਾਲ ਇੱਕ ਹੋ ਗਈ, ਹੁਕਮ ਦੇ ਨਾਲ ਇੱਕਮਿਕ ਹੋ ਗਿਆ। ਉਹਦੇ ਵਿੱਚ ਸਮਾ ਗਿਆ। ਤਨ ਕਰ ਤੁਲਹਾ ਲੰਘੈ ਜੇਤ, ਸੁਰਤੀ ਸੁਰਤ ਰਲਾਈਏ ਤਾਂ ਤਨ ਕਰ ਤੁਲਾ। ਤਨ ਸਰੀਰ ਤਾਂ ਤੁਲਾ ਹੀ ਰਹਿ ਗਿਆ। ਫਿਰ ਜਦੋਂ ਦਰਿਆ ਟੱਪ ਜਾਈਦਾ ਤਾਂ ਤੁਲਾ ਸਰੀਰ ਛੱਡ ਦੇਈਦਾ, ਫਿਰ ਸਰੀਰ ਦਾ ਕੀ ਮਤਲਬ ਰਹਿ ਗਿਆ? ਸੁਰਤੀ ਸੁਰਤ ਰਲ ਗਈ, ਸਰੀਰ ਦਾ ਤਾਂ ਕੋਈ ਮਤਲਬ ਨਾ ਰਹਿ ਗਿਆ। ਫਿਰ ਭਗਤ ਕਬੀਰ ਜੀ ਇਹਨੂੰ ਹੋਰ ਤਰੀਕੇ ਨਾਲ ਕਹਿੰਦੇ, ਜਦੋਂ ਜਿਹੜਾ ਸਰੀਰ ਹੈ ਨਾ ਫਿਰ ਇਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਫਿਰ ਜਦੋਂ ਇਹ ਇੱਕ ਹੋ ਜਾਂਦਾ, ਫਿਰ ਇਹ ਸਰੀਰ ਦਾ ਜਿਹੜਾ ਨਾ ਹੋਣਾ ਕਿੰਬਾ ਹੋਏ ਮੋਹ ਹੋਏ, ਏਕ ਜੋਤ ਏਕੈ ਮਿਲੀ, ਕਿੰਬਾ ਹੋਏ ਮੋਹ ਹੋਏ। ਮਮਾ ਲੱਗਿਆ ਹੈ ਪੂਰੇ ਨੈਗੇਟਿਵ, ਨਾ ਹੋਏ, ਹੋਏ ਨਾ ਹੋਏ ਬਰਾਬਰੇ। ਸਰੀਰ ਦਾ ਹੋਣਾ ਨਾ ਹੋਣਾ ਕੋਈ ਮੈਨੇ ਨਹੀਂ ਰੱਖਦਾ। ਸਰੀਰ ਦੇ ਨਾ ਹੋਣਾ ਹੈ ਮਰਦਾ ਨਹੀਂ, ਸਰੀਰ ਦੇ ਹੋਣਾ ਹੈ ਜਿਉਂਦਾ। ਕਿਉਂ ਜਿਉਂਦਾ ਤਾਂ ਹੋ ਗਿਆ ਹੈ। ਸ਼ਬਦ ਮਰਿਆ, ਮਰਿਆ ਫਿਰ ਜੀਵ ਹੈ। ਸ਼ਬਦ ਮਰਿਆ ਕਿਵੇਂ? ਜਦੋਂ ਮਨ ਜਾ ਕੇ ਸਮਾਇਆ ਆਪਣੇ ਮੂਡ 'ਚ ਮਰਿਆ, ਉਦੋਂ ਇਹ ਉਪਦੇਸ਼ ਸੁਣ ਕੇ। ਜਿਹੜਾ ਸ਼ਬਦ ਮਰੇ ਦਾ ਮਤਲਬ ਹੈ ਇਹ ਹੈ ਸੰਸਾਰ ਨੂੰ ਛੱਡ ਕੇ ਆਪਣੇ ਮੂਡ 'ਚ ਸਮਾ ਜਾਣਾ। ਆਖਰ ਤਾਂ ਜੋਤੀ ਨਾਲ ਜੋਤੇ ਮਿਲਣੀ ਹੈ ਮਰੇ ਤੇ ਵੀ। ਕੌਣ ਬੂਆ ਰੇ ਕੌਣ ਬੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰੋ ਤਾਂ ਚਲਤ ਪਿਆ। ਫਿਰ ਕੀ ਹੈ? ਜੋਤੀ ਸੰਗ ਜੋਤ ਰਲ ਜਾਏ, ਇਹ ਵੀ ਜੋਤੀ ਨਾਲ ਜੋਤ ਰਲੀ ਹੈ। ਤੇ ਇੱਥੇ ਜਿਉਂਦੇ ਦੀ ਰਲ ਗਈ ਜੋਤੀ ਨਾਲ ਜੋਤ। ਆਪਣੇ ਮੂਲ ਨਾਲੇ ਰਲਣਾ ਸੀ। ਸੁਰਤ ਜਿਹੜੀ ਜਦ ਮਰਦੀ ਹੈ ਨਾ ਸਾਡੀ ਬਾਹਰੋਂ, ਅਸਲ 'ਚ ਜਿੱਥੋਂ ਪੈਦਾ ਹੋਈ ਸੀ ਉੱਥੇ ਜਾ ਕੇ ਸਮਾ ਜਾਂਦੀ ਹੈ ਸੁਰਤ। ਜਦ ਕਹਿੰਦੇ ਹੁਣ ਬੇਹੋਸ਼ ਹੋ ਗਿਆ, ਸੁਰਤ ਗਈ ਕਿੱਥੇ? ਜਿੱਥੋਂ ਪੈਦਾ ਹੋਈ ਸੀ ਉੱਥੇ ਚਲੀ ਗਈ। ਜੈ ਤੇ ਉਪਜੀ ਤਹਿ ਮਿਲੀ। ਇਸੇ ਕਰਕੇ ਅੱਗੇ ਹੰਸ ਅਕੇਲਾ, ਅੱਗੇ ਹੰਸੇ ਰਹਿ ਗਿਆ, ਬਗਲਾ ਤਾਂ ਰਿਹਾ ਹੀ ਨਹੀਂ। ਬਗਲਾ ਤਾਂ ਜਿੱਥੋਂ ਪੈਦਾ ਹੋਇਆ ਤਾਂ ਉੱਥੇ ਪਹਿਲਾਂ ਹੀ ਸਮਾ ਗਿਆ। ਸਰੀਰ ਹੈ ਜੋ ਚੱਲਦਾ ਸਾਹ ਉਹਦਾ, ਬਗਲਾ ਜਾ ਸਮਾਇਆ ਆਪਣਾ ਹੰਸ ਵਿੱਚ। ਅੱਗੇ ਇਕੱਲਾ ਹੰਸ ਰਹਿ ਗਿਆ। ਤਾਂ ਹੀ ਹੈ ਨਾ ਉੱਥੇ ਕੇਲ ਕਰਾਂਦੇ ਹੰਸ ਨੂੰ। ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਕੇਲ ਤਾਂ ਬਗਲਾ ਕਰਦਾ ਸੀ, ਤਿਰਕੁਟੀ ਤਾਂ ਇਹ ਬੈਠਾ ਸੀ। ਕਲਪਨਾ ਦਾ ਦਰਿਆ ਤਾਂ ਇੱਥੇ ਵਗਦਾ ਸੀ। ਬੈਤਰਣੀ ਨਦੀ ਦੇ ਕੰਢੇ ਤਾਂ ਇਹ ਬੈਠਾ ਸੀ। ਤੇ ਇਹਨੂੰ ਕੁਝ ਨਹੀਂ ਕਿਹਾ। ਬੈਠਾ ਕੇਲ ਕਰੇ, ਕੇਲ ਕਰਨ ਦੇ ਹੰਝਰੂ ਪੇ, ਹੰਝਰੂ ਅੱਜ ਆਵਾਜ਼ ਤਾਂ ਉਹਨੂੰ ਪੈਣੀ ਸੀ ਵੀ ਬੰਦ ਕਰਦੇ ਸਾਹ ਲੈਣਾ। ਆਵਾਜ਼ ਦਾ ਮਤਲਬ ਆਵਾਜ਼ ਪਈ ਹੈ, ਉਹਨੂੰ ਆਵਾਜ਼ ਨਹੀਂ ਪਿਆ। ਉਹਨੂੰ ਹੁਕਮ ਹੋਇਆ ਵੀ ਬੰਦ ਕਰ ਸਾਹ ਲੈਣਾ। ਉਹਨੇ ਸਾਹ ਲੈਣਾ ਬੰਦ ਕਰਦਾ, ਉਹ ਜਾ ਸਮਾਇਆ ਇੱਥੇ ਰਹਿ ਜਾਂਦਾ ਇਕੱਲਾ। ਰਹਿ ਨਹੀਂ ਸਕਦਾ। ਉਹਨੇ ਇਹਦਾ ਖਿੱਚ ਲਿਆ ਤੇਜ਼, ਜਦੇ ਲਾਈਟ ਆਫ ਕੀਤੀ ਚੱਲ ਪਿਆ। ਉਹੀ ਛੱਡਦਾ ਸੀ ਲਾਈਟ, ਲਾਈਟ ਆਫ ਹੋ ਗਈ, ਚੱਲ ਪਿਆ। ਕੇਲ ਕਰਨ ਦੇ ਹੰਝ ਨੂੰ ਅਚਿੰਤ ਬਾਜ ਪਏ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਹੁਣ ਹੰਝ ਨੂੰ ਬਾਜ ਪਏ ਨੇ, ਉੱਥੇ ਬਗਲਾ, ਬਗਲਾ ਕਿੱਥੇ ਗਿਆ? ਫਿਰ ਕੁਛ ਵੀ ਨਹੀਂ ਹੁੰਦਾ ਇਹ। ਹੁਣ ਇੱਥੋਂ ਲਾਈਟ ਲੈ ਕੇ ਜਾਣੀ ਅਸੀਂ ਬਾਹਰ, ਇਹ ਕਮਰੇ ਚੋਂ ਲਾਈਟ ਕੱਢ ਕੇ ਦਿਖਾਓ ਕੋਈ ਬਾਹਰ। ਟਿਊਬ ਲਾ ਕੇ ਲੈ ਜਾਓ, ਲਾਈਟ ਆਪੇ ਚਲੀ ਜਾਊਗੀ।
ਉਹ ਟਿਊਬ 'ਚੋਂ ਲਾਈਟ ਪੈਦਾ ਹੁੰਦੀ ਹੈ। ਇੱਥੇ ਲੈਂਪ ਰੱਖ ਦਿੰਦੇ ਆ, ਲਾਈਟ ਆ ਗਈ, ਸਾਰੇ ਹੋ ਗਈ ਨਾ ਕਮਰੇ 'ਚ। ਉਹ ਇਹ ਮਨ ਤਾਂ ਲਾਈਟ ਹੈ, ਬਗਲਾ ਤਾਂ ਲਾਈਟ ਹੈ ਉਹਦੀ, ਬਗਲਾ ਕਾਹਨੂੰ ਹੈ ਕੁਛ, ਇਹ ਤਾਂ ਕੁਛ ਵੀ ਨਹੀਂ। ਜੇ ਲੈਂਪਾਂ ਦਾ ਲਾਈਟ ਹੈ, ਜੇ ਲੈਂਪੇ ਰਹਿ ਗਏ ਅਗਲੇ ਚੱਕ ਕੇ ਤੇ ਲਾਈਟ ਕਿੱਥੇ ਰਹਿ ਗਈ? ਲੰਪੇ ਹੰਝਾ ਜਦੋਂ ਪੈਦਾ ਹੁੰਦਾ, ਉਹਨਾਂ ਨੇ ਲੈਂਪ ਚੱਕ ਲਿਆ ਉੱਥੋਂ, ਭਾਲ ਲਓ ਲਾਈਟ ਕਿੱਥੋਂ ਭਾਲਦੇ ਹੋ? ਇਹਦਾ ਅਰਥ ਨਾਲ ਜਗਦਾ ਅਸਲ ਕਰੰਟ ਦਾ ਹਾਂਜੀ, ਕੱਚ ਕੱਚ ਪਾਇਓ ਭੇਦ। ਕੁਝ ਥੋੜਾ ਜਿਹਾ ਇਹਨਾਂ ਕਹਿੰਦੇ ਭੇਦ ਦੀ ਗੱਲ ਬੜੀ ਹੈ। ਇਹ ਦੇਖੋ ਕਿੱਡਾ ਭੇਦ ਹੈ ਖੇਲ ਕਰਨ ਦੇ। ਹਾਂਜੀ ਨੂੰ ਕਹਿੰਦੇ ਇੰਨਾ ਕੁ ਪਤਾ ਲੱਗਿਆ ਮੈਨੂੰ, ਕੁਛ ਥੋੜਾ ਜਿਹਾ ਪਤਾ ਲੱਗਿਆ। ਇਹ ਕਿਣਕਾ ਪਤਾ ਲੱਗਿਆ। ਇਸ ਨੂੰ ਪੰਜ ਭਾਸ਼ਾ ਕਹਿੰਦੇ ਨੇ, ਕਿਣਕਾ ਇੱਕ ਜਿਸ ਜੀਵ ਬਸਾਵੈ ਤਾਂ ਕਿ ਮਹਿਮਾ ਗੜੀ ਨਾ ਆਵੇ। ਇਹਨੇ ਕੁਛ ਕਹਿਤਾ, ਉੱਥੇ ਕਿਣਕਾ ਕਹਿਤਾ, ਗੱਲ ਤਾਂ ਇੱਕੋ ਹੀ ਹੈ। ਮਾੜਾ ਜਿਹਾ ਪਤਾ ਲੱਗਿਆ ਗੱਲ ਦਾ, ਬਸ ਪਾਰ ਪਤਾ ਤਾਂ ਲੱਗ ਗਿਆ ਨਾ। ਚਾਹੇ ਸੁਰਾਖ ਬਰੀਕ ਜਿਹਾ ਹੋ ਗਿਆ, ਪਾਰ ਨਾਲ ਕਨੈਕਸ਼ਨ ਤਾਂ ਹੋ ਗਿਆ ਨਾ। ਨੇੜੇ ਅੱਖ ਕਰਕੇ ਛੋਟੇ ਸੁਰਾਖ ਤੇ ਵੀ ਸਭ ਕੁਝ ਦੀ ਜਾਂਦਾ। ਜੇ ਨਾਲ ਲਾ ਕੇ ਦੇਖੀਏ, ਕਚ ਪਾਇਓ ਭੇਦ, ਉਲਟ ਭੇਦ ਮਨ ਵਿਦਿਓ। ਜਿਆਦਾ ਭੇਦ ਉਲਟਦਾ ਹੈ ਨਾ, ਪੁੱਠਾ। ਉਲਟ ਭੇਦ ਭਰਮ ਜਿਹੜਾ ਬਾਹਰ ਸੀ ਨਾ ਹਨੇਰਾ, ਉਹ ਅੰਦਰ ਹੋ ਗਿਆ ਹਨੇਰਾ। ਮਨ ਵੇਦੇ ਬਾਹਰ ਹਨੇਰਾ ਨਹੀਂ ਰਿਹਾ ਕਿਤੇ ਵੀ, ਮਨ ਦੇ ਵਿੱਚ ਸਮਾ ਗਿਆ ਹਨੇਰਾ। ਮਨ 'ਚ ਭਰਮ ਸੀ, ਮਨ ਦਾ ਭਰਮ ਮਨ ਦੇ ਵਿੱਚ ਹੀ ਸਮਾ ਗਿਆ। ਹੁਣ ਜਿਹੜਾ ਸਾਡਾ ਭਰਮ ਹੈ, ਫਰਜ਼ ਕੀਤਾ ਕਿਸੇ ਗੱਲ ਬਾਰੇ ਵੀ, ਜਦੋਂ ਗਿਆਨ ਹੁੰਦਾ ਭਰਮ ਕਿੱਥੇ ਜਾਂਦਾ? ਬੱਚੇ ਸਮਾ ਜਾਂਦਾ। ਪਤਾ ਹੁੰਦਾ ਭਰਮ ਹੈਗਾ ਸੀ ਮੈਨੂੰ, ਔਰ ਮੈਨੂੰ ਇਹਦਾ ਹੁਣ ਪਤਾ ਲੱਗ ਗਿਆ। ਜੇ ਇਹ ਗੱਲ ਦਾ ਸਾਨੂੰ ਪਤਾ ਹੈ ਵੀ ਆਹ ਭਰਮ ਸੀ, ਉਹ ਭਰਮ ਸਾਡੇ ਅੰਦਰ ਹੈ, ਸਮਾਇਆ ਹੋਇਆ, ਉਹਦਾ ਵਜੂਦ ਅੰਦਰ ਹੀ ਹੈ। ਪਰ ਭਰਮ ਸਾਡੇ ਤੇ ਹੁਣ ਪ੍ਰਭਾਵ ਨਹੀਂ ਕਰਦਾ। ਜਿੰਨੇ ਏਰੀਏ ਵਿੱਚ ਚਾਨਣ ਹੁੰਦਾ, ਉਹ ਏਰੀਏ ਦਾ ਹਨੇਰਾ ਵਿੱਚੇ ਸਮਾਇਆ ਹੋਇਆ ਹੁੰਦਾ ਚਾਨਣ ਦੇ। ਇੱਥੇ ਦਾ ਹਨੇਰਾ ਚਾਨਣ ਦੇ ਵਿੱਚ ਸਮਾਇਆ ਹੋਇਆ। ਲਾਈਟ ਆਫ ਕਰ ਦੋ, ਹਨੇਰਾ ਫਿਰ ਹਾਜ਼ਰ ਹੈ। ਇੱਥੇ ਹਨੇਰਾ ਕਿਤੇ ਨਹੀਂ ਗਿਆ। ਇਸ ਕਰਕੇ ਭਰਮ ਜਾਂਦਾ ਵੀ ਕਿਤੇ ਨਹੀਂ। ਭਰਮ ਦੇ ਉੱਤੇ ਰੋਸ਼ਨੀ ਛਾ ਜਾਂਦੀ ਹੈ। ਰੋਸ਼ਨੀ ਘਟ ਗਈ, ਭਰਮ ਉੱਥੇ ਹੀ ਹੈ। ਰੋਸ਼ਨੀ ਵੱਧ ਗਈ, ਭਰਮ ਖਤਮ। ਦੋਏ ਇਕੱਠੇ ਰਹਿੰਦੇ ਨੇ। ਕਹੋ ਕਬੀਰ, ਅਖਰ ਦੋ ਭਾਖ, ਨਾ ਭਰਮ ਪੁਰਾਣਾ ਹੁੰਦਾ ਨਾ ਜੋਤ ਪੁਰਾਣੀ ਹੁੰਦੀ ਹੈ। ਪੁਰਾਣੇ ਦੋਹੇ ਨਹੀਂ ਹੁੰਦੇ। ਪਰ ਜਿੱਥੇ ਜੋਤ ਹੈ ਉੱਥੇ ਭਰਮ ਨਹੀਂ ਹੁੰਦਾ। ਬਸ ਨਾ ਸੂਰਜ, ਦੇਖੋ ਹਨੇਰਾ ਹੈ, ਸੂਰਜ ਮੂਹਰੇ ਤੇ ਹਨੇਰਾ ਪਿੱਛੇ। ਸੂਰਜ ਪਿੱਛੇ ਤੇ ਹਨੇਰਾ ਮੂਹਰੇ ਇੱਕ ਪਾਸੇ ਦੀ। ਇੱਧਰੋਂ ਸੂਰਜ ਗਾਹਾਂ ਗਿਆ, ਹਨੇਰਾ ਉਹਦੇ ਪਿੱਛੇ। ਇੱਧਰ ਬਾਅਦ ਸੂਰਜ ਮੂਹਰੇ ਆ, ਹਨੇਰਾ ਇੱਧਰ। ਦੋਵਾਂ ਦੇ ਚੱਕਰ ਕੱਟੇ ਹੁੰਦੇ ਜ਼ਮੀਨ ਦੇ ਆਲੇ ਦੁਆਲੇ। ਜਾਂਦਾ ਹਨੇਰਾ ਵੀ ਨਹੀਂ ਕਿਤੇ। ਜਿੰਨਾ ਚਿਰ ਮਰਜ਼ੀ ਸੂਰਜ ਘੁੰਮੀ ਜਾਵੇ, ਹਨੇਰਾ ਵੀ ਪਤੰਦਰ ਓਨਾ ਹੀ ਤੇਜ਼ ਭਜਦਾ ਜਿੰਨਾ ਇਹ ਭਜਦਾ। ਜ਼ਿਆਦਾ ਨਹੀਂ ਭਜਦਾ ਹੈ। ਜਿੰਨੀ ਲਾਈਟ ਭਜਦੀ ਉਹਨਾਂ ਭਜਦਾ। ਕਿਹੜਾ ਡਰਦਾ? ਹੱਥ ਆਉਂਦਾ ਨਹੀਂ, ਡਰਦਾ ਹੈ ਨਹੀਂ। ਜੇ ਲਾਈਟ ਅਮਰ ਹੈ ਤਾਂ ਹਨੇਰਾ ਵੀ ਅਮਰ ਹੈ। ਅਖਰ ਦੋ ਭਾਖ। ਅਖਰ ਦਾ ਅਰਥ ਅੱਖਰ ਲਾ ਲਿਆ। ਕਹਿੰਦੇ ਦੋਏ ਅੱਖਰ ਨੇ। ਉਹ ਕਿਹੜੇ ਨੇ? ਰਾਮ ਵਿਚਾਲੇ ਕਰਨਾ ਜਿਹੜਾ ਤੁਹਾਡਾ ਪਿਓ, ਉਹ ਕੀ ਹੈ? ਉਹਨੂੰ ਪੁੱਛੇ ਉਹ ਕਰਨਾ ਕੀ ਹੈ? ਦੋ ਅੱਖਰ ਦਾ ਹਮ ਹੈ। ਫਿਰ ਹਾਰ ਮਮਾ, ਇਹ ਹਉਮੈ ਦਾ ਪ੍ਰਤੀਕ ਹੈ। ਰਾਮ ਨਹੀਂ, ਰਾਮ ਢਾਈ ਅੱਖਰ ਨੇ, ਹਮ ਦੇ ਦੋ ਅੱਖਰ ਨੇ। ਤੇ ਹਮ ਸਰ ਤਾਂ ਫਿਰ ਦੀਨ ਹੈ। ਉਹ ਦੀਨ ਹੈ, ਉਹ ਦੀਨ ਦਿਆਲ ਹੈ, ਦੀਨ ਨਹੀਂ ਹੈ। ਉਹ ਥੋੜੀ ਬੁੱਧੀ ਵਾਲੇ ਦਾ ਕੀ ਸੀ? ਨਾਸ ਹੈ ਥੋੜੀ ਬੁੱਧੀ ਨੇ ਕੀਤਾ। ਬੱਬੇ ਇੱਕ ਬੁੱਧੀ ਦੀ ਗੱਲ ਨੂੰ ਥੋੜੀ ਬੁੱਧੀ ਵਾਲੇ ਅਰਥਾਉਣ ਲੱਗ ਗਏ। ਜਾਗਦਿਆਂ ਦੀ ਗੱਲ ਨੂੰ ਸੁਪਨੇ ਵਾਲੇ, ਜਿਹੜੇ ਸੁਪਨੇ ਸੀ ਨਾ ਲੋਕ, ਉਹ ਅਰਥਾਉਣ ਲੱਗ ਗਏ। ਸੁੱਤੇ ਪਏ ਅਰਥਾ ਰਹੇ ਨੇ, ਗੱਲ ਜਾਗਦਿਆਂ ਦੀ ਹੈ।
ਸੁੱਤੇ ਪੈ ਕਿਵੇਂ ਅਰਥਾ ਲੈਂਦੇ। ਰਾਜਾ ਰਾਮ ਕੀ ਕਹਾਣੀ ਜਾਗਦਿਆਂ ਨੇ ਦੱਸੀ ਹੈ, ਲਿਖੀ ਹੈ, ਅਰਥਾ ਰਹੇ ਨੇ ਸੁੱਤੇ ਹੋਏ। ਕੋਈ ਜਾਗ ਜੂ ਜਦ ਠੀਕ ਅਰਥਾ ਲੂਗਾ। ਗੱਲਾਂ ਤਾਂ ਪੜ੍ਹਨੀ ਸੁੱਤੇ ਪਏ ਨੇ, ਵਿਚਾਰ ਨਹੀਂ ਸੁੱਤੇ ਪਏ ਨੇ, ਗੱਲ ਠੀਕ ਹੈ, ਪਰ ਜਦ ਜਾਗੂ ਨਾ ਉਦੋਂ ਉਹਨੂੰ ਫਾਇਦਾ ਗੱਲ ਕਰਨ ਦਾ। ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ। ਜਿੰਨਾ ਚਿਰ ਉਹਦੇ ਮਨ ਦੀ ਤਸੱਲੀ ਨਹੀਂ ਹੁੰਦੀ ਤਾਂ ਦੂਏ ਦੇ ਮਨ ਦੀ ਤਸੱਲੀ ਨਹੀਂ ਹੋ ਸਕਦੀ। ਭਰਮ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸੀਆਂ ਸਾਨੂੰ। ਇਸੇ ਕਰਕੇ ਅਥੋਰਾਈਜ਼ਡ ਆਦਮੀ ਨੂੰ ਕਿਹਾ ਜਾਂਦਾ ਸੀ ਵੀ ਆਹ ਆਦਮੀ ਹੈ। ਹੁਣ ਦੂਜਾ ਨਾਨਕ ਨੇ ਅੰਗਦ ਨੂੰ ਕਿਹਾ, ਅੰਗਦ ਨੇ ਅਮਰਦਾਸ ਨੂੰ ਕਿਹਾ, ਅਮਰਦਾਸ ਨੇ ਰਾਮਦਾਸ ਨੂੰ ਕਿਹਾ। ਇਹ ਜਿਹੜੇ ਸੀ ਇੱਕ ਪੂਰਨ ਪੁਰਖ ਸੀ, ਸਾਰੇ ਪੂਰੇ ਹੋਏ ਸਾਬਤ। ਉਹ ਉਸ ਅਵਸਥਾ ਵਿੱਚ ਵਿਵੇਕ ਬੁੱਧੀ ਪ੍ਰਗਟ ਸੀ ਉਹਨਾਂ ਦੀ। ਭੱਟਾਂ ਦੀ ਵਿਵੇਕ ਬੁੱਧੀ ਪ੍ਰਗਟ ਸੀ, ਸੱਤੇ ਬਲਬਣ ਦੀ ਵਿਵੇਕ ਬੁੱਧੀ ਪ੍ਰਗਟ ਸੀ, ਕਿਸੇ 'ਚ ਵੀ ਹੋ ਸਕਦੀ ਹੈ ਪ੍ਰਗਟ। ਉਸ ਅਵਸਥਾ ਤੇ ਬਿਨਾਂ ਇਹਨੂੰ ਅਰਥਾਉਣ ਦੇ ਵਿੱਚ ਨੁਕਸਾਨ ਜ਼ਿਆਦਾ ਹੁੰਦਾ, ਫਾਇਦਾ ਨਹੀਂ ਹੁੰਦਾ। ਨੁਕਸਾਨ ਇਸ ਕਰਕੇ ਹੋਇਆ ਕਿ ਕੁਝ ਤਾਂ ਨੁਕਸਾਨ ਕਰਨ ਵਾਲੇ ਜਾਣ ਕੇ ਕਰਨਾ ਚਾਹੁੰਦੇ ਸੀ। ਹੁਣ ਇਹ ਬਿਜ਼ਨਸ ਬਣ ਗਿਆ, ਕਰਕੇ ਨੁਕਸਾਨ ਹੋਈ ਜਾਂਦਾ। ਬਿਜ਼ਨਸ ਹੋ ਗਿਆ ਨਾ, ਹੁਣ ਬਿਜ਼ਨਸ ਬਣ ਗਿਆ। ਹਾਂਜੀ, ਉਲਟ ਭੇਦ ਮਨ ਵਿਦਿਓ। ਜਿਸ ਵਾਰ ਭੇਦ ਉਲਟ ਜਾਂਦਾ, ਭੇਦ ਨਾਸ ਹੋ ਜਾਂਦਾ ਤਾਂ ਮਨ ਉਦੋਂ ਹੀ ਬਿੰਨਿਆ ਜਾਂਦਾ, ਮਨ ਖੜ ਜਾਂਦਾ। ਭਰਮ ਨਹੀਂ ਰਿਹਾ, ਮਨ ਰੁਕ ਗਿਆ। ਭਰਮ ਕਰਕੇ ਹੀ ਮਨ ਨੂੰ ਭੈ ਲੱਗਦਾ। ਜਿਹੜਾ ਭੈ ਹੈ ਨਾ ਮਨ ਨੂੰ, ਭਰਮ ਕਰਕੇ ਲੱਗਦਾ। ਵਿਦਿਆ ਦਾ ਮਤਲਬ ਪੱਕਾ ਹੀ ਜੁੜ ਗਿਆ, ਮਨ ਪੱਕਾ ਹੋ ਗਿਆ। ਜਦ ਭੇਦ ਭਰਮ ਨਾ ਰਿਹਾ ਨਾ, ਇੱਕ ਮਨ ਹੋਏ ਬਸ ਪੱਕਾ ਇੱਕ ਪਰਮਾਨੈਂਟ ਇੱਕ ਹੋ ਗਿਆ। ਵਿਦਿਆ ਗਿਆ ਪਾਇਓ ਅਭੰਗ ਅਛੇਦ। ਪਾਇਓ ਅਭੰਗ ਅਛੇਦ। ਅਭੰਗ ਅਛੇਦ ਪਦਵੀ ਪਾਲੀ। ਅਭੰਗ ਅਛੇਦ ਹੁਕਮ ਹੈ। ਅਭੰਗ ਅਛੇਦ ਨਾ ਹੁਕਮ ਨੂੰ ਤੋੜਿਆ ਜਾ ਸਕਦਾ, ਨਾ ਹੁਕਮ ਨੂੰ ਮੋੜਿਆ ਜਾ ਸਕਦਾ। ਹੁਕਮ ਦਾ ਕੋਈ ਇਲਾਜ ਨਹੀਂ ਕਿਸੇ ਕੋਲ। ਨਾ ਇਹਦੇ ਤੇ ਛੇਦਿਆ ਜਾ ਸਕਦਾ ਹੁਕਮ ਨੂੰ, ਇਹ ਨਹੀਂ ਕੁਝ ਕੀਤਾ ਜਾ ਸਕਦਾ। ਅਭੰਗ ਅਛੇਦ ਹੁਕਮ ਹੈ। ਹੁਕਮ ਦੇ ਨਾਲ ਜੁੜ ਗਿਆ, ਹੁਕਮ ਬੁੱਝ ਲਿਆ। ਪਾਇਓ ਅਭੰਗ ਅਭੰਗ ਅਛੇਦ ਹੁਕਮ ਹੈ। ਕਿਹਨੇ ਪਾਇਆ? ਜਿਹੜਾ ਇੱਕ ਹੋਇਆ ਸੀ ਨਾ। ਜਦ ਇੱਕ ਹੁੰਦਾ ਜਦ ਹੁਕਮ ਦੀ ਪਛਾਣ। ਜਦ ਹੁਕਮ ਚ ਲੀਨ ਹੁੰਦਾ, ਉਹਦੇ ਬਾਅਦ ਹੁਕਮ ਦੇ ਨਾਲ ਜੁੜਦਾ, ਉਹਦੇ ਬਾਅਦ ਹੁਕਮ ਪ੍ਰਗਟ ਹੁੰਦਾ। ਇੱਕ ਤੇ ਬਾਅਦ ਇੱਕ ਹੋਏ ਤਾਂ ਹੁਕਮ ਹੈ। ਅੰਦਰੋਂ ਹੀ ਹੁਕਮ ਪੈਦਾ ਹੁੰਦਾ, ਉਹਦੇ ਅੰਦਰੋਂ ਹੀ ਬਾਣੀ ਸੁਣਦੀ ਹੈ, ਬਾਹਰੋਂ ਨਹੀਂ ਬਾਣੀ ਆਉਂਦੀ। ਆਕਾਸ਼ਬਾਣੀ, ਇਹ ਜਿਹੜੀ ਆਕਾਸ਼ਬਾਣੀ ਕਹਿੰਦੇ ਨੇ ਨਾ, ਇਹਨਾਂ ਨੂੰ ਬਾਹਰੋਂ ਆਉਂਦੀ ਹੋਊਗੀ। ਬਾਹਰੋਂ ਤਾਂ ਜਿਹੜੀ ਅਸੀਂ ਬੋਲਦੇ ਇਹੀ ਆਉਂਦੀ ਹੈ, ਬਾਹਰੋਂ ਤਾਂ ਮਾਇਆ। ਬਾਹਰੋਂ ਕਿੱਥੋਂ ਆਉਣੀ ਹੈ? ਅੰਦਰੋਂ ਜੋ ਚੀਜ਼ ਆਉਣੀ ਹੈ, ਪੈਦਾ ਹੋਣੀ। ਲਿਖਦੇ ਨੇ ਧਰਤੀ ਦੇ ਵਿੱਚੋਂ ਜਿਵੇਂ ਕੋਈ ਚੀਜ਼ ਪੈਦਾ ਹੁੰਦੀ ਹੈ, ਅਸਲ 'ਚ ਇਹਦੇ ਵਿੱਚੋਂ ਹੀ ਪੈਦਾ ਹੋਣੀ ਹੈ। ਸੁਰਤ ਜਦੋਂ ਥੰਮ ਜਾਂਦੀ ਹੈ ਨਾ, ਰੁਕ ਜਾਂਦੀ ਹੈ ਨਾ, ਤਾਂ ਇਹ ਪਾੜ ਕੇ ਹੀ ਸ਼ਬਦ ਪੈਦਾ ਹੁੰਦਾ। ਮਨ ਮੰਦਰ ਮੈਂ ਮਨਸਾ ਥੰਮ। ਉਹੀ ਕਹਿੰਦੇ ਨੇ ਥੰਮ ਪਾੜ ਕੇ ਪ੍ਰਹਲਾਦ ਨੂੰ ਨਰਸਿੰਘ ਅਵਤਾਰ ਹੋਇਆ। ਨਰਸਿੰਘ ਕੀ ਹੁੰਦਾ? ਇਹ ਨਾਰਾ ਸਰੀਰ ਕਰਕੇ। ਜਿਹੜਾ ਸਿੰਘ ਹੈ ਨਾ, ਉਹ ਵਿਵੇਕ ਪੈਦਾ ਹੁੰਦਾ। ਸਿੰਘ ਸ਼ਰਨ ਕਤ ਜਾਈਏ। ਨਿਰਭੈ ਪਦ ਦੀ ਪ੍ਰਾਪਤੀ, ਅਭੈ ਪਦ ਦੀ ਪ੍ਰਾਪਤੀ। ਅਭੈ ਹੁੰਦਾ ਸਿੰਘ, ਜਿਹਨੂੰ ਕੋਈ ਭੈ ਨਹੀਂ। ਇਹ ਭੈ ਸਿੰਘ ਕਾਹਦਾ? ਜਦੋਂ ਸ਼ੇਰ ਬੋਲਦਾ ਜੰਗਲ 'ਚੋਂ, ਡਰ ਕੇ ਨਹੀਂ ਬੋਲਦਾ ਕਿਸੇ ਤੇ। ਉਹਨੂੰ ਕਾਹਦਾ ਡਰ ਹੈ? ਸਾਰੇ ਜਾਨਵਰ ਡਰ ਕੇ ਬੋਲਦੇ ਨੇ, ਚਾਹੇ ਕਿੱਡਾ ਵੀ ਜਾਨਵਰ ਹੋਵੇ। ਹਰ ਜਾਨਵਰ ਤੇ ਪ੍ਰਹਾਰ ਕਰਨ ਵਾਲਾ ਜਾਨਵਰ ਹੈ ਕੋਈ। ਬੋਲਦੇ ਨੇ ਜਾਨਵਰ, ਪਰ ਉਹਨਾਂ ਆਪਣੀ ਨੂੰ ਬਚਾ ਕੇ ਵੀ ਬੋਲਦੇ ਨੇ। ਸ਼ੇਰ ਨਹੀਂ ਕਦੇ ਆਪਣੇ ਆਪ ਨੂੰ, ਸ਼ੇਰ ਦੀ ਗਰਜ ਬਹੁਤ ਦੂਰ ਥੀ।
ਮਿਰਗ ਵੀ ਬੋਲਦੇ ਨੇ, ਡਰ ਕੇ ਬੋਲਦੇ ਨੇ। ਉਹਨਾਂ ਨੂੰ ਸ਼ੇਰ ਤੋਂ ਖਤਰਾ ਹੈ, ਉਹਨਾਂ ਨੂੰ ਹੋਰ ਗਿੱਦੜ ਤੋਂ ਖਤਰਾ ਹੈ, ਉਹਨਾਂ ਨੂੰ ਬਘਿਆੜ ਤੋਂ ਖਤਰਾ ਹੈ, ਕੁੱਤਿਆਂ ਤੋਂ ਖਤਰਾ ਹੈ, ਸ਼ਿਕਾਰੀ ਤੋਂ ਖਤਰਾ ਹੈ। ਸ਼ੇਰ ਨੂੰ ਚਾਹੇ ਕੁਝ ਵੀ ਹੋਵੇ ਖਤਰਾ ਕਿਸੇ ਤੋਂ ਨਹੀਂ ਮੰਨਦਾ ਹੈ। ਇਸ ਕਰਕੇ ਨਰ ਔਰ ਸਿੰਘ ਇਹ ਗੱਲ ਗਲਤ ਹੈ ਕਿ ਉਹਦਾ ਸ਼ੇਰ ਦਾ ਮੂੰਹ ਹੈ, ਫਲਾਨਾ ਟਿਮਕਾ ਹੈ। ਉਹ ਤਾਂ ਜੂਨੀ ਹੋਰ ਹੈ। ਨਰ ਹੁੰਦਾ ਆਦਮੀ ਦਾ ਜਨਮ ਦੇ ਵਿੱਚ ਭੈ ਪਦ ਪ੍ਰਾਪਤ ਕਰ ਅਪੈ ਪਦ ਦੀ ਪ੍ਰਾਪਤੀ। ਅਸਲ 'ਚ ਅੰਤਰਾਤਮਾ ਦਾ ਜਨਮ ਹੈ, ਸਰੀਰ ਦੇ ਨਾਲ ਇਹਦਾ ਮਤਲਬ ਹੈ ਕੋਈ ਨਹੀਂ। ਉਹਨਾਂ ਨੇ ਮਾਇਆਧਾਰੀਆਂ ਨੇ ਹਰੇਕ ਜਨਮ ਨੂੰ ਸਰੀਰ ਨਾਲ ਜੋੜਤਾ। ਸਰੀਰ ਦਾ ਕੀ ਮਤਲਬ ਹੈ? ਜੇ ਸਤਿਗੁਰ ਕੇ ਜਨਮੇ ਗਵਨ ਮਟਾਇਆ, ਜਿਹੜਾ ਸਤਿਗੁਰ ਦਾ ਜਨਮ ਲਿਖਿਆ ਉਹੀ ਨਰਸਿੰਘ ਅਵਤਾਰ ਹੈ। ਆਦਮੀ ਹੈ ਪਰ ਬੋਲਦਾ ਕਿਹਦੀ ਬੋਲੀ ਹੈ? ਬੁਲਾਇਆ ਬੋਲਦਾ। ਜੋ ਖਸਮ ਦਾ ਬੁਲਾਇਆ ਬੋਲਦਾ ਤੇ ਪੈ ਕਿਹਦੀ ਹੈ? ਸ਼ੇਰ ਜੇ ਬੁਲਾਇਆ ਹੀ ਉਹਦਾ ਬੋਲਦਾ ਹੈ ਜਿਹਦਾ ਰਾਜ 3 ਲੋਕ ਦੇ ਉੱਤੇ ਹੈ। ਸਿੰਘ ਬੁੱਕਾ ਹੈ। 3 ਲੋਕ ਤੇ ਰਾਜ ਹੈ ਜਿਹਦਾ, ਉਹਦਾ ਬੁਲਾਇਆ ਬੋਲਦਾ ਹੈ। ਫਿਰ ਡਰ ਕਿਹਦਾ ਰਹਿ ਗਿਆ? ਡਰ ਤਾਂ ਕਿਸੇ ਦਾ ਨਹੀਂ ਹੈ। ਸੱਚੇ ਨੂੰ ਕਿਹਦਾ ਡਰ ਹੁੰਦਾ? ਡਰ ਹੋ ਝੂਠ ਨੂੰ ਹੋ, ਸੱਚ ਨੂੰ ਕਾਹਦਾ ਡਰ ਹੈ? ਸੰਤ ਕਿਉਂ ਨਹੀਂ ਬੋਲਦੇ? ਗੜਕ ਕੇ ਕਿਉਂ ਨਹੀਂ ਬੋਲਦੇ? ਝੂਠ ਹੈ। ਉਹਨਾਂ ਨੂੰ ਪਤਾ ਵੀ ਕੋਈ ਸਵਾਲ ਕਰ ਲੈਣਾ ਆ ਜਾਵੇ, ਕੋਈ ਕਿੰਤੂ ਨਾ ਕਰ ਦੇਵੇ। ਨਿਮਰਤਾ ਨਹੀਂ ਹੈਗੀ, ਭੈ ਹੈ ਅੰਦਰ। ਉਹ ਭੈ ਨੂੰ ਛੁਪਾਉਣ ਖਾਤਰ ਨਿਮਰਤਾ ਕਹਿੰਦੇ ਨੇ। ਉਹਦਾ ਨਾਮ ਨਿਮਰਤਾ ਰੱਖਿਆ ਹੋਇਆ ਹੈ। ਗੁਰਬਾਣੀ ਕਹਿੰਦੇ ਮਨ ਮੁਖ ਬੁੱਕ ਨਾ ਜਾਣਦਾ। ਬੁੱਕ ਦਾ ਸ਼ੇਰ ਹੁੰਦਾ ਸਿੰਘ ਬੁੱਕਾ। ਸਿੰਘ ਬੁੱਕਾ ਤਾਂ ਚਲੋ ਗੁਰਦਾਸ ਦੀਆਂ 12 ਚ ਹੈ। ਗੁਰਦਾਸ ਦੇ 9 ਤੇ ਕਿਹਨੇ ਲਿਖੀਆਂ ਨੇ 12 ਕੋਈ ਪਤਾ ਨਹੀਂ, ਪਰ ਗੁਰਬਾਣੀ ਚ ਸਾਡੇ ਕੋਲ ਹੈਗਾ। ਮਨ ਮੁਖ ਬੁੱਕ ਨਾ ਜਾਣਦਾ। ਮਨ ਮੁਖ ਕਿਵੇਂ ਬੁੱਕੂਗਾ? ਮਨ ਮੁਖ ਨਹੀਂ ਬੁੱਕ ਸਕਦਾ। ਮਨ ਮੁਖ ਕੱਟ ਕੱਟ ਮੈਂ ਹਰਜੂ ਬਸੇ ਸੰਤਨ ਕਹੋ ਪੁਕਾਰ ਉੱਚੀ ਆਵਾਜ਼ ਨਾਲ। ਇਹ ਬੁੱਕੇ। ਬੁੱਕੇ ਕੀ? ਕੱਟ ਕੱਟ ਮੈਂ ਹਰਜੂ ਬਸੇ। ਹਰਜੂ ਅੰਦਰ ਵਸਦਾ ਸਾਰਿਆਂ ਦੇ। ਸੰਤ ਕਹੋ ਪੁਕਾਰ, ਡੰਕੇ ਦੀ ਚੋੜ ਨਾ ਕਹਿੰਦੇ ਨੇ ਸੰਤ। ਇਹ ਬੁੱਕੇ। ਉਹਨਾਂ ਦਾ ਹਰਜੂ ਬਾਹਰ ਹੈ, ਮੰਦਰ ਬਣਾਇਆ ਹੈ। ਦਸਮ ਪਾਤਸ਼ਾਹ ਨੇ ਕਿਹਾ ਹਰਜੂ ਹਰ ਮੰਦਰ ਆਵਾਂਗੇ। ਆ ਹਰ ਮੰਦਰ ਵਿੱਚ ਪ੍ਰਗਟ ਹੋਣਗੇ ਹਰਜੂ। ਉਹੀ ਹੈ ਹਰ ਮੰਦਰ ਦਾ ਸਰੀਰ ਹੈ। ਹਰ ਮੰਦਰ ਸਰੀਰ ਹੈ। ਹਰਜੂ ਹਰ ਮੰਦਰ ਆਵਾਂਗੇ। ਇਸੇ ਨੂੰ ਖਾਲਸਾ ਕਹਿੰਦੇ ਨੇ। ਇਹ ਆਖਰੀ ਸਟੇਜ ਹੈ। ਸਿੰਘ ਤਾਂ ਹੀ ਨਾਂ ਰੱਖਿਆ। ਸਿੰਘ ਕਦ ਰੱਖਿਆ ਇਹਨਾਂ ਨੇ? ਉਹ ਨਰਸਿੰਘਾ ਅਵਤਾਰ ਹੈ। ਸਿੰਘ ਨਾਂ ਤਾਂ ਹੀ ਰੱਖਿਆ ਇਹਦਾ। ਨਰ ਹੈਗਾ ਹੀ ਹੈ, ਸਿੰਘ ਨਾਲ ਲੱਗ ਗਿਆ। ਸਿਰਫ ਇਹ ਹੈ ਵੀ ਉਹ ਅਵਸਥਾ ਪ੍ਰਾਪਤ ਹੁੰਦੀ ਹੈ, ਨਹੀਂ ਹੁੰਦੀ। ਹਾਂ, ਦਸਮ ਪਾਤਸ਼ਾਹ ਨੇ ਜਦੋਂ ਜਫਰਨਾਮਾ ਲਿਖਿਆ ਉਸ ਭਾਸ਼ਾ 'ਚ ਲਿਖਿਆ। ਔਰੰਗਜ਼ੇਬ ਨੂੰ ਲਿਖਿਆ। ਕੀ ਭਾਸ਼ਾ ਵਰਤੀ ਹੈ? ਵੀ ਮੈਂ ਹੁਣ ਵੀ ਤਿਆਰ ਆ ਜਾ। ਨਿਰਭੈ ਪਦ ਦੀ ਗੱਲ ਹੈ ਨਾ। ਹਿੰਦੁਸਤਾਨ ਦਾ ਸ਼ਹਿਨਸ਼ਾਹ ਹੋਵੇ, ਉਹਨੂੰ ਚੈਲੰਜ ਕਰਨਾ ਮਜ਼ਾਕ ਦੀ ਗੱਲ ਹੈ। ਉਹ ਵੀ ਉਦੋਂ ਜਦੋਂ 4 ਸਾਹਿਬਜ਼ਾਦੇ ਸ਼ਹੀਦ ਹੋ ਗਏ, ਸਾਰੇ ਸਿੰਘ ਸ਼ਹੀਦ ਹੋ ਗਏ। ਉਹਦੇ ਬਾਅਦ ਇਹ ਸਿੰਘ ਬੁੱਕੇ। ਗੁਰਮੁਖ ਬੁੱਕ ਸਕਦਾ ਹੈ। ਗੁਰਮੁਖ ਕਹਿ ਸਕਦਾ ਵੀ ਇਹ ਗੱਲ ਐ ਹੈ, ਸਾਬਤ ਕਰੋ। ਨਹੀਂ ਹੈ, ਗੁਰਬਾਣੀ ਚੋਂ ਸਾਬਤ ਕਰੋ। ਗੁਰਬਾਣੀ ਕੋਲ ਹੈ ਸਾਡੇ। ਤੁਸੀਂ ਕੀ ਕਹਿ ਰਹੇ ਹੋ? ਕੀ ਤੁਹਾਡੇ ਵੱਡਿਆਂ ਨੇ ਕਿਹਾ? ਕੀ ਪਿੱਛੋਂ ਪੜਤ ਪਈ? ਅਸੀਂ ਇਹ ਤੇ ਲੈਣਾ ਕੀ ਹੈ? ਆਹ ਦੇਖੋ ਸਾਡੇ ਕੋਲ ਕੀ ਹੈ। ਇਹਦੇ ਨਾਲ ਮਿਲਾ ਕੇ ਦੱਸੋ ਵੀ ਕਿੱਥੋਂ ਗਲਤ ਹੈ, ਅਸਲ 'ਚ ਕੀ ਹੈ। ਇਹ ਇਹਨੂੰ ਕਹੋ ਵੀ ਇਹ ਗੁਰੂ ਹੈ ਨਹੀਂ, ਇਹ ਨਹੀਂ ਗੁਰੂ ਹੈ, ਇਹਨੂੰ ਨਹੀਂ ਅਸੀਂ ਗੁਰੂ ਮੰਨਦੇ। ਜਾਂ ਤੇ ਕਹੋ ਜੇ ਇਹ ਗੁਰੂ ਹੈ ਤਾਂ ਫੈਸਲਾ ਇਹਦੇ ਬਾਣੀ ਤੇ ਆ ਕੇ ਹੋਊਗਾ। ਹਰ ਗੱਲ ਦਾ ਫੈਸਲਾ ਗੁਰਬਾਣੀ ਤੇ ਆ ਕੇ ਹੋਊਗਾ। ਗੁਰਬਾਣੀ ਦੇ ਸਭ ਝੂਠੇ ਨੇ। ਹਾਂਜੀ। ਤੁਰਕ ਤਰੀਕਤ ਜਾਣੀਐ ਹਿੰਦੂ ਵੇਦ ਪੁਰਾਣ। ਤੁਰਕ ਜਿਹੜੇ ਨੇ ਉਹ ਗਿਆਨ ਹਾਸਲ ਕਿੱਥੋਂ ਕਰਦੇ ਨੇ?
ਉਹਨਾਂ ਦਾ ਇੱਕ ਤਰੀਕਤ ਗ੍ਰੰਥ ਹੈ, ਕਿਤਾਬ ਹੈ। ਤਰੀਕਤ ਤੋਂ ਹਕੀਕਤ ਤੱਕ ਜਾਂਦੇ ਨੇ ਉਹ। ਹਕੀਕਤ ਸੱਚ ਹੁੰਦੀ ਹੈ, ਤਰੀਕਤ ਤੋਂ ਹਕੀਕਤ ਤੱਕ ਪਹੁੰਚਣਾ ਉਹਨਾਂ ਦਾ ਆਪਣਾ ਤਰੀਕਾ। ਸਾਡਾ ਵੀ ਅਸੀਂ ਸੰਤੋਖ ਤੋਂ ਸੱਚ ਤੱਕ ਪਹੁੰਚਣਾ, ਕਿਉਂਕਿ ਸੱਚ ਤੱਕ ਪਹੁੰਚਣ ਵਾਸਤੇ ਸੰਤੋਖ ਦੀ ਸੀੜੀ ਤੇ ਖੜਨਾ ਜ਼ਰੂਰੀ ਹੈ। ਸੰਤੋਖ ਦੀ ਸੀੜੀ ਕਿੱਥੇ ਹੈ? ਜਿੱਥੇ ਮਾਇਆ ਦਾ ਸਿਰ ਹੈ ਨਾ, ਉਹ ਸੰਤੋਖ ਹੈ। ਮਾਇਆ ਦੇ ਪੈਰ ਰੱਖਣਾ, ਮਾਇਆ ਦੇ ਉੱਤੇ ਗੋਲਕ ਤੇ ਪੈਰ ਰੱਖ ਕੇ ਗੁਰੂ ਤੱਕ ਪਹੁੰਚਿਆ ਜਾਊਗਾ। ਗੋਲਕ ਮਾਇਆ, ਜਿੰਨਾ ਚਿਰ ਗੁਰੂ ਦੇ ਸਿੱਖ ਦੇ ਵਿਚਾਲੇ ਗੋਲਕ ਰਹੂ, ਗੁਰੂ ਤੱਕ ਸਿੱਖ ਨਹੀਂ ਪਹੁੰਚ ਸਕਦਾ। ਮਾਇਆ ਵਿਚਾਲੇ ਹੈ। ਸੰਤੋਖ ਕੀ ਹੈ? ਸੰਤੋਖ ਮਾਇਆ ਦੀ ਭੁੱਖ ਨਹੀਂ ਹੈ। ਸੰਤੋਖ ਦਾ ਮਤਲਬ ਹੈ ਸੰਸਾਰ ਦੀ ਕਿਸੇ ਵਸਤੂ ਦੀ ਭੁੱਖ ਨਹੀਂ ਹੈ। ਤੂੰ ਭੁੱਖਾ ਰੱਖ ਨਾ ਰੱਖ, ਦੁੱਖ ਦੇ ਸੁੱਖ ਦੇ ਕੋਈ ਮਤਲਬ ਨਹੀਂ ਇਸ ਗੱਲ ਤੇ। ਜੇ ਦੁੱਖ ਦੇ ਤਾਂ ਤਿਸੇ ਅਰਾਧੀ ਸੁਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤੀ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਜਮਾ ਬੇਸ਼ਰਮ ਹੋ ਗਿਆ, ਢੀਠ ਹੋ ਗਿਆ। ਢੀਠ ਹੋਏ ਤੇ ਬਿਨਾ ਨਾਮ ਨਹੀਂ ਮਿਲਣਾ। ਢੀਠ ਹੋਏ ਮੰਗੋ ਤਾਂ ਹੀ ਲਿਖਿਆ, ਢੀਠ ਹੋਏ ਤੇ ਮੰਗੇ ਤਾਂ ਨਾਮ ਮਿਲਣਾ, ਬਿਨਾ ਢੀਠ ਹੋਏ ਤੇ ਨਹੀਂ ਮਿਲਣਾ। ਜੇ ਦੋਹਾਂ ਹੱਥਾਂ 'ਚ ਲੱਡੂ ਗਏ ਫਿਰ ਨਹੀਂ ਮਿਲਣੇ। ਹੁਣ ਅਸੀਂ ਪਿਛਲਾ ਲੱਡੂ ਤਾਂ ਛੱਡਣ ਨੂੰ ਤਿਆਰ ਨਹੀਂ। ਇੱਛਾ ਛੱਡਣੀ ਹੈ ਲੱਡੂ ਦੀ, ਲੱਡੂ ਛੱਡਣ ਦੀ ਲੋੜ ਨਹੀਂ। ਰਹਿਣਾ ਮਾਇਆ ਦੇ ਵਿੱਚੇ ਪਊ। ਸਰੀਰ ਵੀ ਤਾਂ ਮਾਇਆ ਦਾ ਹੀ ਹੈ, ਸਰੀਰ ਦੀ ਮਾਇਆ। ਮਤਲਬ ਹੈ ਦੁੱਖ ਸੁੱਖ ਤੇਰੇ ਹੁਕਮ ਨਾਲ ਮਿਲਣਾ। ਜੋ ਕਈ ਵਾਰ ਰਾਜਾ ਨੂੰ ਵੀ ਰੋਟੀ ਨਹੀਂ ਮਿਲਦੀ, ਕਿਉਂਕਿ ਉਹਨਾਂ ਦੇ ਰੋਟੀ ਦਾ ਘਾਟਾ ਹੁੰਦਾ, ਟਾਈਮ ਹੀ ਨਹੀਂ ਮਿਲਦਾ ਖਾਣ ਦਾ। ਕੋਲ ਹੁੰਦੀ ਨਹੀਂ ਖਾ ਸਕਦੇ, ਕਈ ਵਾਰ ਨਾਲ ਲਈ ਫਿਰੀ ਜਾਣਗੇ, ਕਹਿੰਦੇ ਟਾਈਮ ਨਹੀਂ ਮਿਲਿਆ, ਘਰ ਲੈ ਆਉਂਦੇ ਨੇ ਰੋਟੀ ਨੂੰ ਮੋੜ ਕੇ। ਹੁਕਮ ਨਹੀਂ ਹੋਇਆ, ਅਸਲ ਦੇ ਵਿੱਚ ਹੁਕਮ ਨਹੀਂ ਹੋਇਆ। ਹੁਕਮ ਦੇ ਬਿਨਾਂ ਕੁਝ ਨਹੀਂ ਖਾ ਸਕਦੇ। ਜਾਂ ਦਾਣੇ ਤਾਂ ਖਾਣੇ, ਨਾਨਕਾ ਸਾਚੀ। ਜ਼ਿਆਦਾ ਹੋਣ ਨਾਲ ਤਾਂ ਨਹੀਂ ਖਾ ਕਹਿ ਸਕਦੇ। ਕੋਲ ਹੋਵੇ ਉਹ ਵੀ ਨਹੀਂ ਖਾ ਸਕਦਾ। ਕੋਈ ਐਸੀ ਉਹ ਗੱਲ ਹੋਵੇ ਖਾਂਦਾ ਖਾਂਦਾ ਜਦੇ ਉੱਠ ਕੇ ਤੁਰ ਪੈਂਦਾ ਹੈ, ਰੋਟੀ ਬੁਰਕੀ ਮੂੰਹ 'ਚ ਫੁੱਲਣ ਲੱਗ ਜਾਂਦੀ ਹੈ, ਆਪਣੇ ਬਸ ਕੁਝ ਨਹੀਂ। ਹਾਲਾਤ ਕੀ ਕਿਹੜੇ ਵੇਲੇ ਸੁਣ ਲੈਣੇ ਨੇ ਕੋਈ ਪਤਾ ਨਹੀਂ। ਤੇ ਸੁੱਖ ਔਰ ਦੁੱਖ, ਅਸੀਂ ਦੁੱਖਾਂ ਨੂੰ ਸੁੱਖਾਂ ਵਿੱਚ ਬਦਲਣ ਦੀ ਪ੍ਰਕਿਰਿਆ 'ਚ ਲੱਗੇ ਰਹਿੰਦੇ ਹਾਂ ਵੀ ਦੁੱਖ ਹੋਵੇ ਹੀ ਨਾ। ਸੁੱਖ ਦੇ ਯਤਨ ਕਰਦੇ ਰਹਿੰਦੇ। ਨੌਵੇਂ ਪਾਤਸ਼ਾਹ ਨੇ ਤਾਂ ਹੀ ਲਿਖਿਆ, ਯਤਨ ਬਹੁਤ ਸੁੱਖ ਕੋ ਕੀਓ, ਦੁੱਖ ਕੋ ਕੀਓ ਨਾ। ਕੋਈ ਯਤਨ ਨਹੀਂ ਦੁੱਖ ਦਾ ਕੀਤਾ, ਪਰ ਦੁੱਖ ਜ਼ਿਆਦਾ ਨੇ, ਬਿਨਾਂ ਯਤਨ ਤੇ ਹੀ ਆਈ ਜਾਂਦੇ ਨੇ। ਸੁੱਖ ਵੀ ਨਹੀਂ ਆਇਆ ਯਤਨ ਨਾਲ। ਜੇ ਕੋਈ ਯਤਨ ਨਾ ਆਉਂਦਾ ਹੁੰਦਾ ਤਾਂ ਬਿਨਾਂ ਯਤਨ ਤੇ ਸੁੱਖ ਕਿਵੇਂ ਆ ਗਏ? ਸੁੱਖ ਔਰ ਦੁੱਖ ਬਿਨਾਂ ਯਤਨ ਤੇ ਆਉਣਗੇ, ਇਹ ਹੁਕਮ ਨਾ ਆਉਣਗੇ। ਯਤਨ ਨਾਲ ਸਾਡੇ ਨਾਲ ਸੁੱਖ ਆਵੇ ਨਾ ਦੁੱਖ ਆਵੇ। ਫਿਰ ਦੁੱਖ ਆਏ ਉਹਦੇ ਭਾਣੇ ਨਾਲ ਆਏ ਨਾ, ਫਿਰ ਜਿੰਨੇ ਸੁੱਖ ਆਏ ਉਹ ਵੀ ਉਹਦੇ ਭਾਣੇ ਨਾਲ ਆਏ ਨੇ, ਉਹਦੀ ਇੱਛਾ ਨਾਲ ਆਏ ਨੇ। ਨਹੀਂ ਸਾਰਿਆਂ ਨੂੰ ਦੁੱਖ 'ਚ ਸੌਗਾ ਫੇਰ ਦਿੰਦਾ ਉਹ। ਜਿੰਨੇ ਕੋਨੇ ਬਚਾਉਣੇ ਤੇ ਸੁੱਖ ਬਚਾ ਲਏ, ਜਿੰਨੇ ਕਬੂਟੇ ਬਚਾਉਣੇ ਤੇ ਬਾਕੀ ਤੇ ਸੌਗਾ ਮਾਰਤਾ ਖੇਚ। ਜਿੰਨੇ ਕੁ ਸੁੱਖ ਸਾਨੂੰ ਦੇਣੇ ਤੇ ਦੇ ਦਿੱਤੇ, ਸ਼ਾਇਦ ਤਾਂ ਨਹੀਂ ਦਿੱਤੇ, ਸੁੱਖਾਂ 'ਚ ਉਹਨੂੰ ਭੁੱਲ ਜਾਈਦਾ। ਜੇ ਸੁੱਖ ਜ਼ਿਆਦਾ ਦੇ ਦਈਏ ਇਹਨੂੰ, ਇਹ ਮੇਰੇ ਤੋਂ ਵਿਛੜ ਜੂ, ਤਾਂ ਨਹੀਂ ਦਿੰਦਾ ਸੁੱਖ। ਇਹ ਉਲਟੇਰਾ ਪੈ ਜੂ। ਸੁੱਖ ਦੇ ਵਿੱਚ ਸਿਮਰਨ ਦੀ ਇੱਛਾ ਹੀ ਨਹੀਂ ਹੁੰਦੀ। ਸੁੱਖ 'ਚ ਭੁੱਲ ਜਾਂਦਾ ਹੈ, ਦੁੱਖ 'ਚ ਯਾਦ ਰੱਖਦਾ ਹੈ। ਇਸ ਕਰਕੇ ਦੁੱਖ ਦਿੰਦਾ ਵੀ ਇਹਨਾਂ ਨੂੰ ਯਾਦ ਰਹੇ।
ਜੇ ਤਾਂ ਇਸ ਦ੍ਰਿਸ਼ਟੀਕੋਣ ਤੋਂ ਦੇਖੀਏ ਫਿਰ ਤਾਂ ਦੁੱਖ ਠੀਕ ਨੇ, ਦਾਰੂ ਹੈ, ਫਿਰ ਤਾਂ ਸੁੱਖ ਰੋਗ ਹੈ। ਜੇ ਇਸ ਦ੍ਰਿਸ਼ਟੀਕੋਣ ਤੋਂ ਨਾ ਦੇਖੀਏ, ਅਸੀਂ ਮਨਮੁਖਾਂ ਵਾਲੇ ਦ੍ਰਿਸ਼ਟੀਕੋਣ ਤੋਂ ਦੇਖੀਏ, ਫਿਰ ਅਸੀਂ ਸੁੱਖਾਂ ਦੀ ਮਗਰ ਭੱਜੇ ਫਿਰਾਂਗੇ, ਰੋਗ ਖਰੀਦਾਂਗੇ। ਜਿੰਨੇ ਜ਼ਿਆਦਾ ਅਮੀਰ ਨੇ ਜ਼ਿਆਦਾ ਰੋਗੀ ਨੇ। ਬੜੇ ਬੜੇ ਜੋ ਦਿਸੇ ਰੋਗ ਤੇਰੇ ਕੋ ਵਿਆਪੇ ਚਿੰਤਾ ਰੋਗ। ਚਿੰਤਾ ਰੋਗ ਤੋਂ ਵੀ ਬੜੇ ਬੜੇ ਰੋਗ ਪੈਦਾ ਹੁੰਦੇ ਨੇ। ਚਿੰਤਾ ਤੋਂ ਬਹੁਤ ਜਿਹੜੇ ਜ਼ਿਆਦਾ ਵੱਡੇ ਰੋਗ ਨੇ, ਜਿਹੜੇ ਇਲਾਜ ਨੇ ਜਾਂ ਬਹੁਤ ਪੈਸਾ ਖਰਚ ਹੁੰਦਾ ਹੈ, ਉਹ ਚਿੰਤਾ ਕਰਕੇ ਅਮੀਰਾਂ ਨੂੰ ਜ਼ਿਆਦਾ ਹੁੰਦਾ, ਉਹਨਾਂ ਨੂੰ ਚਿੰਤਾ ਜ਼ਿਆਦਾ ਹੁੰਦੀ, ਬੜੇ ਲੋਕਾਂ ਨੂੰ ਜ਼ਿਆਦਾ ਹੁੰਦਾ। ਜੇ ਤਾਂ ਇਸ ਤਰੀਕੇ ਨਾਲ ਸੋਚੀਏ ਤਾਂ ਦੁੱਖਾਂ ਤੋਂ ਅਸੀਂ ਸ਼ਿਕਵਾ ਕੋਈ ਨਹੀਂ ਰਹਿੰਦਾ। ਪਰਮੇਸ਼ਰ ਦੇ ਪ੍ਰਤਾਪ ਸ਼ਿਕਾਇਤ ਕੋਈ ਨਹੀਂ ਰਹਿੰਦੀ। ਤਾਂ ਕਿ ਜੇ ਦੁੱਖ ਦੇ ਤਾਂ ਤੁਝੇ ਰਾਧੀ, ਸੁਖ ਵੀ ਤੁਝੇ ਦੇ। ਸੁਖ ਜੇ ਤੈ ਦੇਤਾ ਤਾਂ ਉਹਨੂੰ ਮੈਂ ਇਹ ਵੀ ਨਹੀਂ ਕਹਿ ਸਕਦਾ ਜੀ ਜਗ੍ਹਾ ਦੁੱਖ ਦੇ ਦੇ, ਕਿ ਮੇਰੀ ਮਰਜ਼ੀ ਹੋ ਗਈ ਉੱਥੇ। ਮਰਜ਼ੀ ਮੇਰੀ ਕੋਈ ਨਹੀਂ, ਤੂੰ ਜੋ ਦੇ ਦੇ ਠੀਕ ਹੈ। ਸੁਖ ਦੇ ਦੇ ਚਾਹੇ ਦੁੱਖ ਦੇ ਦੇ। ਤੁਰਕ ਤਰੀਕਤ ਤੇ ਜਾਣੀਐ। ਤੁਰਕ ਜਿਹੜੇ ਨੇ ਮੁਸਲਮਾਨ ਨੇ, ਤਰੀਕਤ ਉਹਨਾਂ ਦੀ ਕਿਤਾਬ ਹੈ, ਉਹ ਚੋਂ ਗਿਆਨ ਹਾਸਲ ਕਰਦੇ ਨੇ ਆਪਣੇ ਧਰਮ ਦਾ। ਹਿੰਦੂ ਵੇਦ ਪੁਰਾਣ। ਹਿੰਦੂ ਵੇਦ ਗਿਆਨ ਪੜ੍ਹਦੇ ਨੇ ਪੁਰਾਣਾ ਚੋਂ। ਦੇਖੋ ਜਿੱਥੇ ਵੇਦ ਪਹਿਲਾਂ ਉਹ ਪੁਰਾਣ ਬਾਅਦ ਚ ਆਊ ਨਾ, ਉੱਥੇ ਗਿਆਨ ਪੁਰਾਣ ਦਾ। ਵੇਦ ਦਾ ਜੇ ਗਿਆਨ ਪੜ੍ਹਦੇ ਤਾਂ ਗੱਲ ਹੋਰ ਸੀ, ਨਾਲ ਪੁਰਾਣ ਲਾਤੇ। ਪੁਰਾਣਾਂ ਨੇ ਦਿਸ਼ਾਹੀਨ ਕਰਦੇ। ਪੁਰਾਣਾਂ ਨੇ ਆਦਮੀ ਨਾਲ ਜੋੜਤਾ। ਭਗਵਾਨ ਆਦਮੀ ਨੂੰ ਬਣਾ ਕੇ, ਅਸਲ 'ਚ ਭਗਵਾਨ ਦੇ ਅਰਥ ਪਰਮੇਸ਼ਰ ਕਰਤਾ। ਪਰਮੇਸ਼ਰ ਔਰ ਭਗਵਾਨ ਦੇ ਵਿੱਚ ਫਰਕ ਮਿਟਾਤਾ। ਭਗਵਾਨ ਨੂੰ ਜੇ ਤਾਂ ਭਾਗਿਆਵਾਨ ਰਹਿਣ ਦਿੰਦੇ, ਚੰਗੀ ਕਿਸਮਤ ਵਾਲਾ, ਇੱਥੇ ਵੀ ਇੱਜ਼ਤ ਬਚਾ ਕੇ ਲੈ ਗਿਆ, ਆਪਣੇ ਘਰ ਚਲਿਆ ਗਿਆ, ਜੋ ਕੰਮ ਕਰਨਾ ਆਇਆ ਸੀ ਖੱਟ ਕੇ ਲੈ ਗਿਆ, ਫਿਰ ਤਾਂ ਅਰਥ ਠੀਕ ਸੀ। ਉਹਨਾਂ ਨੇ ਭਗਵਾਨ ਨੂੰ ਪਰਮੇਸ਼ਰ ਬਣਾਤਾ, ਪਰਮੇਸ਼ਰ ਦਾ ਖਤਮ ਹੀ ਕਰਤਾ ਕੰਮ। ਨਿਰਾਕਾਰ ਦਾ ਫੱਟਾ ਹੀ ਪਹੁੰਚਤਾ, ਇਹ ਹੁੰਦਾ ਹੀ ਨਹੀਂ, ਲੋੜ ਹੀ ਨਹੀਂ ਉਹਦੀ। ਭਗਵਾਨ ਕੌਣ ਹੈ? ਕ੍ਰਿਸ਼ਨ ਹੈ, ਰਾਮਚੰਦਰ ਹੈ। ਬੰਦਿਆਂ ਤੱਕ ਕੇ ਜੋੜਦੇ। ਆਦਮੀ ਦੇ ਉੱਤੇ ਟੇਕ ਕਰਦੇ। ਮਾਨੁਕੀ ਟੇਕ ਬਿਰਥੀ ਸਮਝਾਉਣ ਬਸ। ਹਾਂਜੀ, ਮਨ ਸਮਝਾਵਣ ਕਾਰਨੇ ਕਛੁਕ ਪੜੀਐ ਗਿਆਨ। ਇਸ ਕਰਕੇ ਮਨ ਸਮਝਾਉਣ ਵਾਸਤੇ ਸਾਰੇ ਗਿਆਨ ਪੜ੍ਹਦੇ ਨੇ। ਪਹਿਲੀ ਸਟੇਜ ਮਨ ਸਮਝਾਉਣ ਵਾਸਤੇ। ਪੁਰਾਣੇ 'ਚ ਵੀ ਗਿਆਨ ਹੈ, ਪਰ ਪੁਰਾਣਾ 'ਚ ਗਿਆਨ ਮਨ ਸਮਝਾਉਣ ਵਾਸਤੇ ਤਾਂ ਕਾਫੀ ਹੈ। ਉਹ ਤੋਂ ਗਾਹਾਂ ਦਾ ਗਿਆਨ ਨਹੀਂ ਹੈ। ਫਿਰ ਇੱਕ ਹੋਏ ਤਾਂ ਉਗਵੇ ਵਾਲਾ ਮਨ ਜਿੱਤਣ ਦਾ ਗਿਆਨ ਨਹੀਂ ਹੈ, ਸਮਝਾਉਣ ਦਾ ਗਿਆਨ ਤਾਂ ਹੈ। ਕਿਸੇ ਹੱਦ ਤੱਕ ਚੰਗੇ ਕੰਮ ਕਰੋ, ਇਹ ਕਰੋ, ਉਹ ਕਰੋ, ਪਰ ਪੂਰਾ ਸਤ ਸੰਤੋਖ ਵਾਲਾ ਗਿਆਨ ਨਹੀਂ ਹੈ। ਭਰੋਸੇ ਦੀ ਬਜਾਏ ਸ਼ਰਧਾ ਨੇ ਲੈ ਲਈ। ਹਿੰਦੂਆਂ ਦੀ ਗੱਲ ਕਰਦੇ ਆ, ਪੁਰਾਣਾ ਦੇ ਵਿੱਚ ਸ਼ਰਧਾ ਜਾ ਕੇ ਠੱਗੀਆਂ ਮਾਰੀਆਂ ਨੇ, ਦਾਨ ਕਰਾਏ ਨੇ। ਜੇ ਦਾਨ ਕਰਦਾ ਹੈ ਤਾਂ ਆਪਣਾ ਮੰਨ ਕੇ ਕਰਦਾ ਨਾ ਵੀ ਮੇਰਾ। ਤਨ ਮਨ ਤਾਂ ਸੌਂਪਿਆ ਨਹੀਂ ਗੁਰੂ ਕੋ। ਇਹ ਤਾਂ ਗੁਰੂ ਆਪ ਬਣ ਗਏ ਵੀ ਸਾਨੂੰ ਸੌਂਪ ਦੇ। ਡਿਫੈਕਟਿਵ ਗਿਆਨ। ਵੇਦ ਦਾ ਗਿਆਨ ਠੀਕ ਸੀ। ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਹੀਂ। ਨਾਮ ਨੂੰ ਉੱਤਮ ਛੱਡ ਕੇ ਨਾਮ ਦਾ ਡੁਪਲੀਕੇਟ ਬਣਾ ਲਿਆ। ਰਾਮ ਰਾਮ, ਹਰੇ ਹਰੇ, ਗੋਬਿੰਦ ਗੋਬਿੰਦ ਹੈ, ਜੋ ਇੱਕ ਲਫ਼ਜ਼ ਨੂੰ ਲੈ ਲਓ, ਰਟੀ ਜਾਓ। ਰਿਜ਼ਲਟ ਉਹਦਾ ਕੀ? ਰਿਜ਼ਲਟ ਕੁਛ ਵੀ ਨਹੀਂ। ਜੇ ਰਿਜ਼ਲਟ ਇਹਦਾ ਹੈ, ਇਹਦਾ ਤਾਂ ਉਹ ਦਾਨ ਦਾ ਰਿਜ਼ਲਟ ਹੈ ਕੁਛ। ਉਹ ਕਹਿੰਦੇ ਇਸ਼ਨਾਨ ਕਰੋਗੇ ਰਿਜ਼ਲਟ ਹੈ ਕੁਛ, ਤੀਰਥ ਯਾਤਰਾ ਦਾ ਰਿਜ਼ਲਟ ਹੈ ਕੁਛ। ਫਿਰ ਇਹ ਦੂਏ ਚੀਜ਼ਾਂ ਦੀ ਕੀ ਲੋੜ ਹੈ ਜੇ ਨਾਮ ਦਾ ਰਿਜ਼ਲਟ ਹੈ?
ਸਾਡੇ ਕੁਝ ਵੀ ਨਹੀਂ, ਬਾਕੀ ਇਕੱਲੇ ਨਾਮ ਦਾ ਰਿਜ਼ਲਟ ਮਿਲਦਾ। ਸਿੱਖੀ 'ਚ ਕੁਝ ਚੀਜ਼ ਨਹੀਂ ਹੋਰ ਕਰਨੀ। ਸੰਤੋਖ ਕਰਨਾ, ਮਾਇਆ ਤੋਂ ਉੱਪਰ ਉੱਠਣਾ, ਮਾਇਆ ਤੋਂ ਉੱਪਰ ਉੱਠ ਕੇ ਫਿਰ ਨਾਮ ਦਾ ਪਤਾ ਲੱਗਣਾ ਨਾਮ ਹੁੰਦਾ ਕੀ ਹੈ। ਮਾਇਆ ਦੀ ਕੋਈ ਚੀਜ਼ ਨਹੀਂ ਮੰਗਣੀ, ਮਾਇਆ ਦੀ ਕੋਈ ਵਸਤੂ ਬਿਨ ਤੁਧ ਹੋਰ ਜੇ ਮੰਗਣਾ, ਫਿਰ ਕੀ ਰਹਿ ਗਿਆ? ਤੇਰੀ ਸ਼ਰਨ ਮੰਗਣੀ ਹੈ।